आने वाले 8 जुलाई को एक प्रो खालिस्तान फ्रीडम रैली ऑर्गेनाइज किया जा रहा है। ਜਦੋਂ ਅੰਮ੍ਰਿਤਪਾਲ ਸਿੰਘ ਨੂੰ ਇੰਡੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋਏ, ਕੈਨੇਡਾ ਦੇ ਵਿੱਚ ਵੀ ਪ੍ਰੋਟੈਸਟ ਹੋਏ, ਭਾਰਤੀ ਜਿਹੜੇ ਦੂਤਾਵਾਸ ਹੈਗੇ ਨੇ ਉਹਨਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਹੋਇਆ। ਸੋ ਸੈਨ ਫਰਾਂਸਿਸਕੋ ਦੇ ਵਿੱਚ ਵੀ ਹੋਇਆ। ਇਹਨਾਂ ਨੂੰ ਬੰਬ ਵੀ ਕਿਹਾ ਜਾ ਸਕਦਾ, ਅੱਜ ਕੱਲ੍ਹ ਜ਼ਰੂਰੀ ਨਹੀਂ ਬੰਬ ਧਮਾਕੇ ਦੇ ਨਾਲ ਹੋਏ, ਵਿਚ ਇਜ਼ ਵੈਰੀ ਸੀਰੀਅਸ। ਸੋ ਯੂਐਸ ਸਟੇਟ ਡਿਪਾਰਟਮੈਂਟ ਨੇ ਇਹਦਾ ਨੋਟਿਸ ਲਿਆ ਹੈ। ਮੈਥਿਊ ਮਿਲਰ ਸ਼ਾਇਦ ਉਹਨਾਂ ਦੇ ਜਿਹੜੇ ਸਪੋਕਸਮੈਨ ਹੈਗੇ ਨੇ, ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੀ ਜਿਹੜੀ ਸਾਬੋਟਾਜ ਦੀ ਐਕਟੀਵਿਟੀ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਲੇਕਿਨ ਹੁਣ ਜਿਸ ਨੂੰ ਕਹਿੰਦੇ ਕਿ ਲਕਸ਼ਮਣ ਰੇਖਾ ਨੂੰ ਤੁਸੀਂ ਕ੍ਰਾਸ ਕਰ ਰਹੇ ਹੋ, ਜੇ ਤੁਸੀਂ ਅੱਗ ਲਗਾ ਰਹੇ ਹੋ, ਦੈਟ ਇਜ਼ ਅ ਸਾਬੋਟਾਜ ਆਪਰੇਸ਼ਨ। ਹੁਣ ਆ ਜਿਹੜਾ ਪੋਸਟਰ ਜਾਰੀ ਕੀਤਾ ਗਿਆ, ਇਹਦੇ ਵਿੱਚ ਤੁਸੀਂ ਇੱਕ ਅਸਿੱਧੇ ਤਰੀਕੇ ਦੇ ਨਾਲ ਕਿਹਾ ਕਿ ਕਿਲਰਸ ਆਫ ਦ ਫੇਸਿਸ ਆਫ ਦ ਕਿਲਰਸ। ਹਾਲਾਤ ਖਰਾਬ ਕਰਨ ਲਈ ਤਾਂ ਕਈ ਵਾਰ ਏਜੰਸੀਆਂ ਆਪਣਾ ਰੋਲ ਪਲੇ ਕਰ ਦਿੰਦੀਆਂ। ਹੁਣ ਇੰਡੀਆ ਦੀ ਏਜੰਸੀ ਹੈ ਜਾਂ ਪਾਕਿਸਤਾਨ ਦੀ ਏਜੰਸੀ ਹੈ, ਕਿਸੇ ਨੇ ਕੋਈ ਅਜਿਹੀ ਵਾਰਦਾਤ ਨੂੰ ਕਰਾਤਾ ਤਾਂ ਫਿਰ ਜ਼ਿੰਮੇਵਾਰੀ ਕਿਸ ਤੇ ਆਈ? ਲੇਕਿਨ ਤੁਸੀਂ ਇੱਥੇ ਅੱਗ ਲਾਣੀ ਸ਼ੁਰੂ ਕਰਤੀ। ਠੀਕ ਹੈ, ਦੂਤਾਵਾਸ ਹਿੰਦੁਸਤਾਨ ਦਾ ਹੋਏਗਾ, ਲੇਕਿਨ ਧਰਤੀ ਤਾਂ ਉਹ ਅਮਰੀਕਾ ਦੀ ਹੈ ਨਾ, ਧਰਤੀ ਤਾਂ ਕੈਨੇਡਾ ਦੀ ਹੈ। ਕੱਲ੍ਹ ਨੂੰ ਇੱਥੇ ਕੁਝ ਹੋ ਜਾਂਦਾ ਹੈ, ਇਟ ਇਜ਼ ਰਿਸਪੋਂਸਿਬਿਲਿਟੀ ਐਂਡ ਐਮਬੈਰਸਮੈਂਟ ਫॉर ਵਿਚ ਗਵਰਨਮੈਂਟ। ਸੋ ਕਿੰਨੀ ਕੁ ਦੇਰ ਤੱਕ ਬਰਦਾਸ਼ਤ ਕੀਤਾ ਜਾਏਗਾ ਅਜਿਹੇ ਐਲੀਮੈਂਟਸ ਨੂੰ, ਅਜਿਹੇ ਅਨਸਰਾਂ ਨੂੰ? ਤੇ ਇਹ ਜਿਹੜੀਆਂ ਸ਼ਰਾਰਤਾਂ ਇੰਡੀਆ ਦੇ ਵਿੱਚ ਬਹੁਤ ਹੋ ਰਹੀਆਂ ਨੇ। ਗੁਰਪਤਵੰਤ ਪੰਨੂ ਜਿਹੜੇ 6 ਫॉर ਜਸਟਿਸ ਦੇ ਹੈਗੇ ਨੇ ਇੰਡੀਆ ਦੇ ਵਿੱਚ, ਉਹ ਬੜੀਆਂ ਸ਼ਰਾਰਤਾਂ ਕਰਦੇ ਨੇ। ਬੜੇ ਮੁੰਡੇ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਡੱਕੇ ਪਏ ਨੇ। ਅੱਜ ਜਾ ਕੇ ਦੇਖੋ, ਹੁਣ ਤੁਸੀਂ ਇਹ ਅੱਜ ਜੇ ਹਰਦੀਪ ਸਿੰਘ ਨਿੱਜਰ ਦਾ ਕਤਲ ਇੱਥੇ ਕੀਤਾ ਗਿਆ ਹੈ, ਜਿਹੜੇ ਵੀ ਲੋਕਾਂ ਤੋਂ ਉਹਨਾਂ ਨੂੰ ਖਤਰਾ ਸੀ, ਅੱਜ ਤੱਕ ਉਹ ਗੱਲਾਂ ਬਾਤਾਂ ਕਿਉਂ ਨਹੀਂ ਨਿਕਲ ਕੇ ਸਾਹਮਣੇ ਆ ਪਾ ਰਹੀਆਂ? ਜੇ ਥ੍ਰੈਟ ਪਰਸੈਪਸ਼ਨ ਸੀ ਤੇ ਹੈ, ਹੋਰ ਲੋਕਾਂ ਨੂੰ ਹੈ, ਤਾਂ ਫਿਰ किस तो है? ये भी तो क्लियर होवे ना, एक किने क्लियर करना है। नमस्कार, आदाब, सत श्री अकाल। रेड एफएम के इस नए प्रोग्राम में एक बार फिर से मैं मनीमुख शर्मा आप सबका इस्तकबाल करता हूं। आज मेरे साथ बने हुए हैं मेरे आलिम फाजिल दोस्त, मेरे कोलीग रितेश लखी साहब। रितेश जी, आपका बहुत बहुत स्वागत है इस प्रोग्राम में। बहुत बहुत धन्यवाद मनीमुख जी। आज हम बात करेंगे जो एक ख़बर जिसने सबको झंझोड़ के रखा हुआ है। इंडियन गवर्नमेंट की साइड से ये बहुत स्ट्रॉन्ग प्रोटेस्ट किया गया है, क्योंकि आने वाले 8 जुलाई को एक प्रो खालिस्तान फ्रीडम रैली ऑर्गेनाइज किया जा रहा है टोरंटो में, और उसके लिए एक पोस्टर निकाला गया है जिसमें कुछ ऑब्जेक्शनेबल चीज़ें इंडियन गवर्नमेंट की तरफ से कहा गया है कि बहुत काबिल एतराज़ हैं चीज़ें लिखी गई हैं। और ख़ास करके 2 इंडियन डिप्लोमेट्स जो हाई कमिश्नर ऑफ इंडिया टू कनाडा है संजय कुमार वर्मा और कंसाल जनरल अपूर्वा श्रीवास्तवा, इन दोनों के फ़ोटोज़ रखे गए हैं और इनको किलर्स ऑफ हरदीप सिंह निज्जर भी कहा गया है इस पोस्टर में। रितेश जी, आपने वो पोस्टर देखा है, आपने इस पूरे ये जो ख़बरों का ये सिलसिला हुआ है, उसके बाद जो स्ट्रॉन्ग रिएक्शंस भी आए हैं इंडियन साइड से, कैनेडियन साइड से भी एक क्लैरिफिकेशन आए हैं। आप इसको किस नज़र से देखते हैं? आपको क्या लगता है कि इसका क्या असर होने वाला है दोनों कंट्रीज़ के डिप्लोमेटिक रिलेशंस पर? देखिए, डिप्लोमेटिक रिलेशन का तुसी गल कीती, असर दिखना शुरू हो चुका है, क्योंकि भारत सरकार वालों बहुत ही सख्त एतराज़ होया है। ਤੇ ਇਸ ਘਟਨਾ ਨੂੰ ਆਪਾਂ ਸੈਨ ਫਰਾਂਸਿਸਕੋ ਦੀ ਘਟਨਾ ਦੇ ਨਾਲ ਵੀ ਜੋੜ ਕੇ ਦੇਖੀਏ। ਕੁਦਰਤੀ ਟਾਈਮਿੰਗ ਅਜਿਹੀ ਹੋਈ ਹੈ ਕਿ 1 ਜੁਲਾਈ ਦੀ ਰਾਤ, 1 ਤੇ 2 ਜੁਲਾਈ ਦੀ ਰਾਤ ਨੂੰ ਉਹ ਜਿਹੜੀ ਆਰਸਨ ਦੀ ਯਾਨੀ ਕਿ ਅਗਜ਼ਨੀ ਦੀ ਘਟਨਾ ਹੋਈ ਹੈ। ਹੁਣ ਸੈਨ ਫਰਾਂਸਿਸਕੋ ਦੇ ਇੰਡੀਅਨ ਕੌਂਸੂਲੇਟ ਦੇ ਉੱਤੇ ਇੱਕ ਪਹਿਲਾਂ ਵੀ ਹਮਲਾ ਹੋਇਆ ਸੀ ਜੀ, ਬਿਲਕੁਲ। ਜਦੋਂ ਅੰਮ੍ਰਿਤਪਾਲ ਸਿੰਘ ਨੂੰ ਇੰਡੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋਏ, ਕੈਨੇਡਾ ਦੇ ਵਿੱਚ ਵੀ ਪ੍ਰੋਟੈਸਟ ਹੋਏ, ਭਾਰਤੀ ਜਿਹੜੇ ਦੂਤਾਵਾਸ ਹੈਗੇ ਨੇ ਉਹਨਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਹੋਇਆ। ਸੋ ਸੈਨ ਫਰਾਂਸਿਸਕੋ ਦੇ ਵਿੱਚ ਵੀ ਹੋਇਆ। ਲੇਕਿਨ ਉਸ ਵਕਤ ਚਾਹੇ ਤਾਂ ਭਾਰਤ ਦਾ ਜਿਹੜਾ ਤਿਰੰਗਾ ਇੰਗਲੈਂਡ ਦੇ ਵਿੱਚ ਉਤਾਰਿਆ ਗਿਆ, ਤੇ ਉਸ ਦੇ ਨਾਲ ਹੀ ਪੈਰਲਲੀ ਆ ਜਿਹੜੇ ਸੈਨ ਫਰਾਂਸਿਸਕੋ ਦੀ ਘਟਨਾ ਹੋਈ ਸੀ, ਜਿਸ ਵਿੱਚ ਕਿ ਆਈ ਥਿੰਕ 20 ਮਾਰਚ ਦੇ ਆਸ-ਪਾਸ ਦੀ ਗੱਲ ਹੈ ਕਿ ਕੁਝ ਲੋਕ ਵੜ ਗਏ ਸੀ, ਤੋੜ-ਫੋੜ ਹੋਈ ਸੀ ਉਸ ਵਕਤ, ਆਰਸਨ ਨਹੀਂ ਹੋਈ ਸੀ। ਹਾਲਾਂਕਿ ਉਸ ਤੋਂ ਬਾਅਦ ਇੱਕ ਖਬਰ ਇਹ ਵੀ ਆਈ ਸੀ ਕਿ ਰਾਤ ਨੂੰ ਕੁਝ ਲੋਕਾਂ ਨੇ ਉੱਥੇ ਵੜਨ ਦੀ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਸ ਦੀ ਰੈਪੀਟੀਸ਼ਨ ਹੋ ਗਈ। ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀ 1 ਤੇ 2 ਜੁਲਾਈ ਦੀ ਦਰਮਿਆਨੀ ਰਾਤ ਘਟਨਾ ਹੋਈ ਹੈ, ਤੇ ਉਸ ਦਾ ਜਿਹੜਾ ਵੀਡੀਓ ਬਣਾਇਆ ਗਿਆ ਵੀ ਕਿਵੇਂ ਉਸ ਆਫਿਸ ਦੇ ਵਿੱਚ ਕੋਈ ਅਜਿਹਾ ਜਵਲਨਸ਼ੀਲ ਪਦਾਰਥ ਸਿੱਟਿਆ ਜਾਂਦਾ ਹੈ, ਐਂਡ ਅਪੈਰੈਂਟਲੀ ਸੱਚ ਥਿੰਗਸ ਕੁਡ ਬੀ ਕਾਲਡ ਅ ਬੰਬ। ਇਹਨਾਂ ਨੂੰ ਬੰਬ ਵੀ ਕਿਹਾ ਜਾ ਸਕਦਾ, ਅੱਜ ਕੱਲ੍ਹ ਜ਼ਰੂਰੀ ਨਹੀਂ ਬੰਬ ਧਮਾਕੇ ਦੇ ਨਾਲ ਹੋਵੇ, ਵਿਚ ਇਜ਼ ਵੈਰੀ ਸੀਰੀਅਸ। ਸੋ ਯੂਐਸ ਸਟੇਟ ਡਿਪਾਰਟਮੈਂਟ ਨੇ ਇਹਦਾ ਨੋਟਿਸ ਲਿਆ ਹੈ। ਮੈਥਿਊ ਮਿਲਰ ਸ਼ਾਇਦ ਉਹਨਾਂ ਦੇ ਜਿਹੜੇ ਸਪੋਕਸਮੈਨ ਹੈਗੇ ਨੇ, ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੀ ਜਿਹੜੀ ਸਾਬੋਟਾਜ ਦੀ ਐਕਟੀਵਿਟੀ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਤੇ ਨਾਲ ਹੀ ਟਾਈਮਿੰਗ ਮੈਚ ਹੋ ਗਈ। ਆ ਜਿਹੜਾ ਪੋਸਟਰ ਜਾਰੀ ਕੀਤਾ ਗਿਆ, ਜਿਸ ਵਿੱਚ ਕਿ ਇਹ ਦੋਵੇਂ ਜਿਹੜੇ ਸਫੀਰ ਹੈਗੇ ਨੇ, ਵਾਟ ਵੀ ਕਾਲ ਦ ਡਿਪਲੋਮੈਟਸ, ਇਹਨਾਂ ਨੂੰ ਫੇਸਿਸ ਆਫ ਕਿਹਾ ਗਿਆ ਕਿ ਫੇਸਿਸ ਆਫ ਕਿਲਰਸ ਆਫ ਹਰਦੀਪ ਸਿੰਘ ਨਿੱਜਰ। ਹੁਣ ਹਰਦੀਪ ਸਿੰਘ ਨਿੱਜਰ ਨੂੰ ਆਪਾਂ ਨੂੰ ਸਾਰੇ ਜਾਣਦੇ ਹਾਂ, ਵੀ ਆਰ ਇਨ ਸਾਰੀ ਦੇ ਵਿੱਚ ਗੋਲੀ ਮਾਰੀ ਗਈ ਹੈ, ਹਮਲਾ ਉਹਨਾਂ 'ਤੇ ਕੀਤਾ ਗਿਆ। ਤੇ ਜਿਹੜੇ ਲੋਕ, ਇੱਕ ਬਹੁਤ ਵੱਡਾ ਵਰਗ ਹੈ, ਉਹ ਇਹ ਮੰਨਦਾ ਹੈ ਕਿ ਇਹ ਹੱਤਿਆ ਹਰਦੀਪ ਸਿੰਘ ਨਿੱਜਰ ਦੀ ਇੰਡੀਅਨ ਏਜੰਸੀਜ਼ ਨੇ ਕਰਵਾਈ ਹੈ। ਸੋ ਇਟਸ
counter offensive and a sabotage act by the Indian agencies। ਹੁਣ ਇੱਕ ਸੋਚ ਹੋ ਸਕਦੀ ਹੈ ਉਹਦੇ ਵਿੱਚ ਕਿੰਨਾ ਕੁ ਵਜ਼ਨ ਹੈ, ਉਹਦੇ ਕੀ ਸਬੂਤ ਨੇ, ਇਨਵੈਸਟੀਗੇਸ਼ਨ RCMP IHIT ਇੱਥੇ ਕਰਦੀ ਪਈ ਹੈ। ਸੋ ਅਜੇ ਤੱਕ ਤਾਂ ਕੋਈ ਅਜਿਹੀ ਗੱਲਬਾਤ ਨਿਕਲ ਕੇ ਆਈ ਨਹੀਂ, ਲੇਕਿਨ ਮੰਨਣ ਵਾਲੇ ਮੰਨਦੇ ਨੇ ਕਿ ਇੰਡੀਅਨ ਏਜੰਸੀ ਦੇ ਨਿਸ਼ਾਨੇ ਤੇ ਹਰਦੀਪ ਸਿੰਘ ਨਿੱਜਰ ਸੀ, ਉਹਨਾਂ ਦੇ ਨਾਲ ਕੁਝ ਹੋਰ ਲੋਕ ਸੀ। ਲੇਕਿਨ ਇਹ ਜਿਹੜੀ ਚੀਜ਼ ਹੁਣ ਆ ਰਹੀ ਹੈ ਜਿਸ ਲੈਵਲ ਦੇ ਉੱਤੇ ਪੂਰੀ ਦੀ ਪੂਰੀ ਖਾਲਿਸਤਾਨ ਦਾ ਨੈਰੇਟਿਵ ਲੈ ਕੇ ਆਂਦਾ ਜਾ ਰਿਹਾ ਹੈ, ਉਹ ਬਹੁਤ ਹੀ ਨਾਟ ਸਿਰਫ ਅਨਫੋਰਚੂਨੇਟ ਹੈ, ਦੋਵੇਂ ਜਾਂ ਤਿੰਨਾਂ ਮੁਲਕਾਂ ਦੇ ਆਪਸੀ ਸੰਬੰਧਾਂ ਦੇ ਵਿੱਚ ਇੱਕ ਕੁੜੱਤਣ ਪੈਦਾ ਕਰ ਰਿਹਾ। ਕਿੱਥੇ ਅਮਰੀਕਾ ਇੰਡੀਆ ਦੀ ਪਾਰਟਨਰਸ਼ਿਪ ਜਾਂ ਕੈਨੇਡਾ ਇੰਡੀਆ ਦੀ ਪਾਰਟਨਰਸ਼ਿਪ, ਬਟ ਅਨਫੋਰਚੂਨੇਟਲੀ ਜਦੋਂ ਇਸ ਤਰੀਕੇ ਦੀਆਂ ਘਟਨਾਵਾਂ ਹੁੰਦੀਆਂ ਨੇ, ਚਾਹੁੰਦੇ ਹੋਏ ਵੀ ਦੇਖੋ ਨਾ, US ਗਵਰਨਮੈਂਟ ਤੇ ਕੈਨੇਡੀਅਨ ਗਵਰਨਮੈਂਟ ਨੇ 20 ਮਾਰਚ ਨੂੰ ਰਿਐਕਟ ਨਹੀਂ ਕੀਤਾ ਜਦੋਂ ਅੰਮ੍ਰਿਤਪਾਲ ਨੂੰ ਲੈ ਕੇ ਐਡਾ ਵੱਡੇ ਪ੍ਰਦਰਸ਼ਨ ਹੋਏ। ਬਹੁਤ ਕੁਝ ਹੋ ਗਿਆ, ਇੱਥੇ ਵੀ ਪ੍ਰਦਰਸ਼ਨ ਹੋਏ, ਇੰਗਲੈਂਡ ਦੇ ਵਿੱਚ ਪ੍ਰਦਰਸ਼ਨ ਹੋਏ, ਲੇਕਿਨ ਕਿਸੇ ਸਰਕਾਰ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ। ਲੇਕਿਨ ਹੁਣ ਜਿਸ ਨੂੰ ਕਹਿੰਦੇ ਕਿ ਲਕਸ਼ਮਣ ਰੇਖਾ ਨੂੰ ਤੁਸੀਂ ਕ੍ਰਾਸ ਕਰ ਰਹੇ ਹੋ, ਜੇ ਤੁਸੀਂ ਅੱਗ ਲਗਾ ਰਹੇ ਹੋ, ਦੈਟ ਇਜ਼ ਅ ਸਾਬੋਟੇਜ ਆਪਰੇਸ਼ਨ। ਹੁਣ ਆ ਜਿਹੜਾ ਪੋਸਟਰ ਜਾਰੀ ਕੀਤਾ ਗਿਆ, ਇਹਦੇ ਵਿੱਚ ਤੁਸੀਂ ਇੱਕ ਅਸਿੱਧੇ ਤਰੀਕੇ ਦੇ ਨਾਲ ਕਿਹਾ ਕਿ ਕਿਲਰਸ ਆਫ ਦ ਫੇਸਿਸ ਆਫ ਦ ਕਿਲਰਸ ਕਿਲ ਇੰਡੀਆ। ਹੁਣ ਜਦੋਂ ਇਹੋ ਜਿਹੀ ਚੀਜ਼ਾਂ ਤੁਸੀਂ ਲਿਖੋਗੇ, ਡਿਪਲੋਮੈਟਸ ਦੇ ਤੁਸੀਂ ਤਸਵੀਰਾਂ ਲਾ ਕੇ ਤੁਸੀਂ ਲੋਕਾਂ ਨੂੰ ਟਾਰਗੇਟ ਦੇ ਰਹੇ ਹੋ। ਇਹ ਸਿੱਖਸ ਫॉर ਜਸਟਿਸ ਦਾ ਹੁਣ ਪਤਾ ਨਹੀਂ ਪੋਸਟਰ ਕਿਹਨੇ ਜਾਰੀ ਕੀਤਾ, ਓਨਰਸ਼ਿਪ ਤਾਂ ਇਹਦੀ ਕਿਸੇ ਨੇ ਲਈ ਨਹੀਂ ਹੈ, ਬਟ ਉਹਦੇ ਵਿੱਚ ਇੱਕ ਜ਼ਿਕਰ ਹੈ ਵੀ ਸਿੱਖਸ ਫॉर ਜਸਟਿਸ ਦਾ ਨਾਂ ਲਿਖਿਆ ਹੋਇਆ ਹੈ। ਹੁਣ ਕੀ ਸਿੱਖਸ ਫॉर ਜਸਟਿਸ ਓਨ ਕਰਦਾ ਹੈ ਇਸ ਪੋਸਟਰ ਨੂੰ? ਤੇ ਜੇ ਓਨ ਕਰਦੇ ਨੇ ਤਾਂ ਇਸ ਦਾ ਮਤਲਬ ਕੀ ਹੈ? ਇਹ ਲੋਕਾਂ ਦੀ ਆਈਡੈਂਟੀਟੀ ਨੂੰ ਤੁਸੀਂ ਲੋਕਾਂ ਦੇ ਸਾਹਮਣੇ ਰੱਖ, ਹਾਲਾਂਕਿ ਇਹ ਲੋਕ ਪਬਲਿਕ ਫਿਗਰਸ ਹੈਗੇ ਨੇ, ਐਸਾ ਕੁਝ ਨਹੀਂ ਹੈ, ਲੇਕਿਨ ਤੁਸੀਂ ਜਦੋਂ ਜੈਕਸਟਾਪੋਜ਼ ਕਰ ਦਿੰਦੇ ਹੋ ਵੀ ਉਹਨੂੰ ਹਰਦੀਪ ਸਿੰਘ ਨਿੱਜਰ ਦਾ ਕਿਲਰ ਕਹਿਤਾ, ਤੇ ਫਿਰ ਜਿਹੜੇ ਲੋਕ ਬਦਲਾ ਲੈਣਾ ਚਾਹੁੰਦੇ ਨੇ ਹਰਦੀਪ ਸਿੰਘ ਨਿੱਜਰ ਦੀ ਮੌਤ ਦਾ, ਬਹੁਤ ਅਜਿਹੇ ਲੋਕ ਵਾਇਲੈਂਟ ਹੈਗੇ ਨੇ, ਹੱਥ ਦੇ ਵਿੱਚ ਕਾਨੂੰਨ ਲੈਣ ਨੂੰ ਤਿਆਰ ਬੈਠੇ ਨੇ। ਸੋ ਉਹਨਾਂ ਲਈ ਨਿਸ਼ਾਨਾ ਤੁਸੀਂ ਸਾਧਤਾ ਕਿ ਇਹ ਇੰਡੀਆ ਦੇ ਐਂਬੈਸਡਰ ਨੇ, ਤੇ ਤੁਹਾਡੇ ਕੋਲ ਇਸ ਚੀਜ਼ ਦਾ ਕੋਈ ਹਜੇ ਤੱਕ ਪ੍ਰੂਫ ਨਹੀਂ, ਕੋਈ ਚੀਜ਼ ਦਾ ਪ੍ਰਮਾਣ ਨਹੀਂ, ਏਜੰਸੀਆਂ ਨੇ ਕੀਤਾ, ਕਰਾਇਆ, ਹੋਇਆ, ਨਹੀਂ ਹੋਇਆ। ਦੀਜ਼ ਆਰ ਆਲ ਥਿੰਗਸ ਆਫ ਇਨਵੈਸਟੀਗੇਸ਼ਨ। ਸੋ ਸਰਟਨਲੀ ਜਿਹੜਾ ਗੁੱਸਾ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਉਹ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਹੈ, ਲੇਕਿਨ ਇਸ ਤਰੀਕੇ ਦੀ ਗੈਰ ਜ਼ਿੰਮੇਦਾਰਾਨਾ ਹਰਕਤ ਐਂਡ ਰਾਈਟਲੀ ਸੋ ਜਿਹੜੀ ਕੈਨੇਡੀਅਨ ਵਿਦੇਸ਼ ਮੰਤਰੀ ਮੈਲਨੀ ਜੋਲੀ ਤੇ ਡਿਫੈਂਸ ਮਿਨਿਸਟਰ ਨੂੰ ਬਿਆਨ ਦੇਣਾ ਪਿਆ, ਦੇ ਹੈਵ ਟੂ ਇਸ਼ੂ ਅ ਸਟੇਟਮੈਂਟ, ਬਿਕੋਜ਼ ਜੇ ਸਟੇਟਸ ਚਾਹੇ ਕੈਨੇਡਾ ਹੈ ਚਾਹੇ ਅਮਰੀਕਾ ਹੈ ਜੇ ਚੁੱਪ ਰਹਿ ਜਾਂਦੀਆਂ ਨੇ, ਕਿਉਂਕਿ ਚੁੱਪ ਰਹੇ ਮਾਰਚ ਦੇ ਵਿੱਚ ਜੋ ਕੁਝ ਹੋਇਆ ਉਸ ਦੇ ਉੱਤੇ ਚੁੱਪੀ ਸਾਧੀ ਗਈ, ਕੋਈ ਕੰਡਮਨੇਸ਼ਨ ਨਹੀਂ ਹੈ, ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਨਾ ਕਿ ਸੈਨ ਫਰਾਂਸਿਸਕੋ ਦੇ ਹੀ ਕੌਂਸੂਲੇਟ ਦੇ ਵਿੱਚ ਫਿਰ ਲਾਤੀ ਨਾ ਅੱਗ, ਉਸ ਰਾਤ ਨੂੰ ਵੀ ਕੋਸ਼ਿਸ਼ ਕੀਤੀ ਗਈ ਸੀ, ਉਸ ਤੋਂ ਬਾਅਦ ਲਾਤੀ ਗਈ ਅੱਗ। ਤੇ ਅਗੇਨ ਦਿਸ ਇਜ਼ ਅ ਸਿਚੁਏਸ਼ਨ, ਕੱਲ੍ਹ ਨੂੰ ਇਹਨਾਂ ਡਿਪਲੋਮੈਟਸ ਨੂੰ ਕੋਈ ਨਿਸ਼ਾਨਾ ਬਣਾ ਦਿੰਦਾ, ਕੋਈ ਸ਼ਰਾਰਤੀ ਅਨਸਰ ਹੀ ਨਿਸ਼ਾਨਾ ਬਣਾ ਦਿੰਦਾ। ਇਹਦੇ ਵਿੱਚ ਦੇਖੋ ਇਹ ਹਾਲਾਤ ਖਰਾਬ ਕਰਨ ਲਈ ਤਾਂ ਕਈ ਵਾਰ ਏਜੰਸੀਆਂ ਆਪਣਾ ਰੋਲ ਪਲੇ ਕਰ ਦਿੰਦੀਆਂ। ਹੁਣ ਇੰਡੀਆ ਦੀ ਏਜੰਸੀ ਹੈ ਜਾਂ ਪਾਕਿਸਤਾਨ ਦੀ ਏਜੰਸੀ ਹੈ, ਕਿਸੇ ਨੇ ਕੋਈ ਅਜਿਹੀ ਵਾਰਦਾਤ ਨੂੰ ਕਰਾਤਾ ਤਾਂ ਫਿਰ ਜ਼ਿੰਮੇਵਾਰੀ ਕਿਸ ਤੇ ਆਈ? ਸੋ ਇਟ ਬਿਕਮਸ ਦ ਰਿਸਪੌਂਸਿਬਿਲਿਟੀ ਆਫ ਦ ਗਵਰਨਮੈਂਟ। ਦੈਟ ਇਜ਼ ਵਾਈ ਆਈ ਥਿੰਕ ਉਹਨਾਂ ਨੂੰ ਮਜਬੂਰ ਹੋ ਕੇ ਬਿਆਨ ਦੇਣੇ ਪਏ ਨੇ। ਯੂਜੂਅਲੀ ਉਹ ਇੰਟਰਫੇਅਰ ਕਰਦੇ ਨਹੀਂ ਨੇ, ਲੇਕਿਨ ਕੈਨੇਡਾ ਦੇ ਜਿਹੜੇ टॉप 2 मिनिस्टर्स ने बयान जारी किए ने, सो इट मीन्स दैट द इशू सीरियस। जी जी बिल्कुल। और ये एक लेवल पे अगर देखा जाए तो ये एक सिक्योरिटी फेलियर भी है, कम से कम यूनाइटेड स्टेट्स के केस में तो है ही है, क्योंकि एक बार पहले भी उस पर वैंडलिज्म हो चुका है सैन फ्रांसिस्को कॉन्सुलेट में, इस बार दोबारा आगजनी का मामला हो गया है। पिछली बार भी इंडियन साइड ने बोला था कि आप जो है सिक्योरिटी को टाइटन कीजिए, और हिंदुस्तान में भी जो है बहुत सारी उन्होंने चीज़ें की एज अ रिएक्शन, वो कुछ तो दिखाने के लिए भी होता है। इस बार जो एक ट्रेड डेलीगेशन आया था अभी कुछ ही महीनों पहले, पीयूष गोयल लेके आए थे उसको, कैनेडियन साइड में बड़ी उम्मीद जगी थी कि इस बार शायद एक जो है बड़ा एक ट्रेड एग्रीमेंट हो जाए शायद इंडिया के साथ। तो इस उम्मीद पे पानी नहीं फिर जाएगा अगर ऐसी वारदातें होती रहीं? ਸਰਟਨਲੀ ਯੂ ਰਾਈਟ, ਕਿਉਂਕਿ ਇਹਨਾਂ ਦਾ ਮਾਹੌਲ ਖਰਾਬ ਹੁੰਦਾ ਹੈ, ਇਹਨਾਂ ਨਾਲ ਅਸਰ ਮਾੜੀ ਪੈਂਦੇ ਨੇ, ਇਹਨਾਂ ਦਾ ਕੋਈ ਚੰਗਾ ਨਹੀਂ ਹੈ। ਦੇਖੋ ਕੈਨੇਡਾ ਤੇ ਭਾਰਤ ਦੀ ਪਾਰਟਨਰਸ਼ਿਪ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ ਇਸ ਵਕਤ, ਕੈਨੇਡਾ ਲਈ ਵੀ ਬੜੀ ਇੰਪੋਰਟੈਂਟ ਹੈ, ਇੰਡੀਆ ਲਈ ਤਾਂ ਇੰਪੋਰਟੈਂਟ ਹੈ ਹੀ ਹੈ। ਇਹਨਾਂ ਦੇਖੋ ਹਿੰਦੁਸਤਾਨੀ ਆਏ ਹੋਏ ਨੇ, ਪੰਜਾਬੀ ਆਏ ਹੋਏ ਨੇ, ਹੋਰ ਰਾਜਾਂ ਦੇ ਲੋਕ ਕੈਨੇਡਾ ਦੇ ਵਿੱਚ ਆਏ ਨੇ, ਉਹਨਾਂ ਦੇ ਜਿਹੜੇ ਰੈਮਿਟੈਂਸਿਸ ਜਾਂਦੀਆਂ ਨੇ, ਉਹਨਾਂ ਦੇ ਘਰ ਉੱਥੇ ਨੇ, ਬਾਹਰ ਉੱਥੇ ਨੇ, ਰਿਸ਼ਤੇਦਾਰ ਪਰਿਵਾਰ ਸਾਰੇ ਉੱਥੇ ਨੇ, ਇੰਨਾ ਪੈਸਾ ਦੀ ਟ੍ਰਾਂਜੈਕਸ਼ਨ ਹੁੰਦੀ ਹੈ, ਇੰਨਾ ਕੰਟਰੀਬਿਊਸ਼ਨ ਜਿਹੜੇ ਇਹ NRI ਸਾਡਾ ਜਿਹੜਾ ਕਮਿਊਨਿਟੀ ਹੈ ਉਹ ਇੰਡੀਆ ਦੇ ਵਿੱਚ ਕਰ ਸਕਦੀ ਹੈ ਬੈਕ ਹੋਮ। ਐਂਡ ਕੈਨੇਡਾ ਇਸ ਚੀਜ਼ ਨੂੰ ਸਮਝਦਾ ਹੈ ਕਿ ਇੰਨੀਆਂ ਰੈਮਿਟੈਂਸਿਸ ਸਾਡਾ ਜਿਹੜਾ ਕਰੰਸੀ ਠੀਕ ਹੈ ਉਹ ਇੱਥੇ ਲੋਕ ਆਉਂਦੇ ਨੇ, ਇੱਥੋਂ ਦੀ ਇਕੋਨਮੀ ਦੇ ਵਿੱਚ ਇਨਪੁਟ ਕਰਦੇ ਨੇ, ਲੇਕਿਨ ਪੈਸਾ ਉਹ ਫਿਰ ਵਾਪਸ ਭੇਜ ਰਹੇ ਨੇ ਕਮਾ ਕੇ। ਸੋ ਉਹਦੇ ਵਿੱਚ ਇੱਕ ਬੜਾ ਵੱਡਾ ਇੱਕ ਟ੍ਰੇਡ ਪੋਟੈਂਸ਼ੀਅਲ ਹੈ, ਦੋਵੇਂ ਮੁਲਕਾਂ ਨੂੰ ਲੋੜ ਹੈ। ਦੇਖੋ ਚਾਈਨਾ ਦੇ ਨਾਲ ਕਿੱਡੇ ਕੈਨੇਡਾ ਦੇ ਸੰਬੰਧ ਖਰਾਬ ਹੋ ਚੁੱਕੇ ਨੇ, ਚਾਈਨਾ ਦਾ ਜਿਹੜਾ ਦਖਲ ਦਾ ਮਾਮਲਾ ਹੈ ਫੈਡਰਲ ਰਾਜਨੀਤੀ ਦਾ ਇੱਕ ਬਹੁਤ ਵੱਡਾ ਇਸ ਵਕਤ ਪਿੱਚ ਤੇ ਹੈ, ਤੇ ਉਸ ਵਿਸ਼ੇ ਦੇ ਕਾਰਨ ਚੀਨ ਦੀ ਜਿਹੜੀ ਆਪਸ ਦੇ ਵਿੱਚ ਟ੍ਰੇਡ ਤਾਂ ਖੈਰ ਬਹੁਤ ਜ਼ਿਆਦਾ ਹੈ ਚਾਈਨਾ ਦਾ ਤੇ ਕੈਨੇਡਾ ਦਾ, ਲੇਕਿਨ ਇੰਡੀਆ ਇੱਕ ਇਫੈਕਟਿਵ ਪਾਰਟਨਰ ਹੈ, ਇੱਕ ਵਿਕਲਪ ਹੈ ਚਾਈਨਾ ਦੇ ਪੁਆਇੰਟ ਆਫ ਵਿਊ ਨਾਲ। ਤੇ ਨਾਰਥ ਅਮਰੀਕਾ ਦੇ ਵਿੱਚ ਅਮਰੀਕਾ ਤੇ ਕੈਨੇਡਾ ਦੇ ਪੱਖੋਂ ਚਾਈਨਾ ਉਹਨਾਂ ਨੂੰ ਇੱਕ ਸੂਟੇਬਲ ਸਾਥੀ ਨਹੀਂ ਹੈ, ਉਹਨਾਂ ਦਾ ਸਹਿਯੋਗੀ ਨਹੀਂ ਹੈ।
ਸੋ ਇੰਡੀਆ ਲਈ ਵੀ ਇਹ ਦੋਵੇਂ ਮੁਲਕਾਂ ਦੇ ਪ੍ਰਤੀ ਜਿਹੜਾ ਇੱਕ ਟ੍ਰੇਡ ਕੋਰੀਡੋਰ ਤੇ ਪੋਟੈਂਸ਼ੀਅਲ ਅਵੇਲੇਬਲ ਹੈ, ਇੱਕ ਬਹੁਤ ਚੰਗੇ ਇੱਕ ਹਾਲਾਤ ਹੈਗੇ ਨੇ ਇੱਥੇ। ਲੇਕਿਨ ਉਸ ਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਉਹ ਪਾਣੀ ਫੇਰ ਦਿੰਦੀਆਂ ਨੇ। ਕਹਿੰਦੇ ਕਿ ਲੋਕ ਸ਼ਾਂਤੀ ਦੇ ਨਾਲ ਜੀਣਾ ਚਾਹੁੰਦੇ ਹੈਗੇ ਨੇ, ਪੀਪਲ ਵਾਂਟ ਟੂ ਲਿਵ ਅ ਲਾਈਫ ਆਫ, ਦੇਖੋ ਉਸ ਉੱਥੋਂ ਭਾਰਤ ਦੇ ਵਿੱਚੋਂ ਜਿਸ ਤਰੀਕੇ ਦੀ ਹਿੰਸਾ, ਗੁੱਸਾ, ਆਪਸ ਦੇ ਵਿੱਚ ਬਹੁਤ ਵਧੀਕੀਆਂ ਹੋਈਆਂ, ਬਹੁਤ ਕੁਝ ਹੋਇਆ, ਜਿਸ ਦੇ ਕਾਰਨ ਲੋਕ ਇੱਥੇ ਆ ਗਏ, ਆਪਣੀ ਜ਼ਿੰਦਗੀ ਨੂੰ ਪਿੱਛੇ ਛੱਡਿਆ, ਆਪਣੇ ਘਰ ਪਰਿਵਾਰ ਸਭ ਕੁਝ ਛੱਡ ਕੇ ਵਾਪਸ ਆ ਗਏ। ਇੱਥੇ ਕਿਸ ਲਈ ਆਏ ਨੇ? ਉਹ ਇੱਕ ਸ਼ਾਂਤੀ ਦੇ ਨਾਲ ਰਹਿਣ ਲਈ ਆਏ ਨੇ, ਆਪਣੀ ਜ਼ਿੰਦਗੀ ਤੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਉਹ ਚੀਜ਼ਾਂ ਨੂੰ ਭੁੱਲ ਸਕਣ, ਉਸ ਲਈ ਆਏ ਨੇ। ਹੁਣ ਜਿਹੜੇ ਲੋਕ ਇੱਥੇ ਸਭ ਕੁਝ ਕਰਦੇ ਪਏ ਨੇ, ਹੁਣ ਤੁਸੀਂ ਦੇਖੋ ਨਾ ਕੀ ਕੀਤਾ, ਕੀ ਉਹਨਾਂ ਨੇ ਅੱਗ ਜੀ ਲਾਤੀ, ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਮਤਲਬ ਉਹ ਤੁਸੀਂ ਤਾਂ ਪਹਿਲਾਂ ਤਾਂ ਹੁੰਦਾ ਇਹ ਸੀਗਾ ਜੀ ਕਿ ਟਾਰਗੇਟਡ ਕਿਲਿੰਗਸ ਹੋਈਆਂ ਨੇ। ਦੇਖੋ ਬਹੁਤ ਸੇ ਅਜਿਹੇ ਅੱਤਵਾਦੀ ਜਥੇਬੰਦੀਆਂ ਹੈਗੀਆਂ ਨੇ ਜਿਨ੍ਹਾਂ ਨੇ ਭਾਰਤ ਦੇ ਵਿੱਚ ਟਾਰਗੇਟਡ ਕਿਲਿੰਗ ਕਰਾਈਆਂ, ਠੀਕ ਹੈ ਨਾ। ਉੱਥੇ ਤੁਸੀਂ ਸਾਬੋਟਾਜ ਐਕਟੀਵਿਟੀਜ਼ ਕਰਾਉਂਦੇ ਹੋ, ਤੁਸੀਂ ਉੱਥੋਂ ਦੀ ਸਰਕਾਰ ਨੂੰ ਕੋਈ ਮੈਸੇਜ ਭੇਜਣ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਲੋਕ ਤੁਹਾਡੇ ਨਾਲ ਲੜਾਈ ਕਰਦੇ ਨੇ। ਗੱਲ ਸਮਝ ਵਿੱਚ ਆਈ, ਠੀਕ ਹੈ ਵੀ ਤੁਸੀਂ ਇੱਥੋਂ ਬੈਠ ਕੇ ਫੰਡਿੰਗ ਵੀ ਕਰ ਦਿਓ, ਸਭ ਕੁਝ ਕਰ ਦਿਓ, ਲੇਕਿਨ ਤੁਸੀਂ ਇੱਥੇ ਅੱਗ ਲਾਣੀ ਸ਼ੁਰੂ ਕਰਤੀ, ਠੀਕ ਹੈ। ਦੂਤਾਵਾਸ ਹਿੰਦੁਸਤਾਨ ਦਾ ਹੋਏਗਾ, ਲੇਕਿਨ ਧਰਤੀ ਤਾਂ ਉਹ ਅਮਰੀਕਾ ਦੀ ਹੈ ਨਾ, ਧਰਤੀ ਤਾਂ ਉਹ ਕੈਨੇਡਾ ਦੀ ਹੈ। ਕੱਲ੍ਹ ਨੂੰ ਇੱਥੇ ਕੁਝ ਹੋ ਜਾਂਦਾ ਹੈ, ਇਟ ਇਜ਼ ਰਿਸਪੌਂਸਿਬਿਲਿਟੀ ਐਂਡ ਐਮਬੈਰਸਮੈਂਟ ਫॉर ਵਿਚ ਗਵਰਨਮੈਂਟ। ਸੋ ਕਿੰਨੀ ਕੁ ਦੇਰ ਤੱਕ ਬਰਦਾਸ਼ਤ ਕੀਤਾ ਜਾਏਗਾ ਅਜਿਹੇ ਐਲੀਮੈਂਟਸ ਨੂੰ, ਅਜਿਹੇ ਅਨਸਰਾਂ ਨੂੰ? ਤੇ ਇਹ ਜਿਹੜੀਆਂ ਸ਼ਰਾਰਤਾਂ ਇੰਡੀਆ ਦੇ ਵਿੱਚ ਬਹੁਤ ਹੋ ਰਹੀਆਂ ਨੇ, ਗੁਰਪਤਵੰਤ ਪੰਨੂ ਜਿਹੜੇ 6 ਫॉर ਜਸਟਿਸ ਦੇ ਹੈਗੇ ਨੇ, ਇੰਡੀਆ ਦੇ ਵਿੱਚ ਉਹ ਬੜੀਆਂ ਸ਼ਰਾਰਤਾਂ ਕਰਦੇ ਨੇ, ਬੜੇ ਮੁੰਡੇ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਡੱਕੇ ਪਏ ਨੇ। ਅੱਜ ਜਾ ਕੇ ਦੇਖੋ ਇੰਡੀਅਨ, ਤੁਹਾਨੂੰ ਪਤਾ ਹੀ ਹੈ, ਵੀ ਹੈਵ ਬੀਨ ਵੈਰੀ, ਅਸੀਂ ਤਾਂ, ਮੈਂ ਖੁਦ ਬੜਾ ਕ੍ਰਿਟਿਕ ਹੈ, ਜਿਹੜੇ ਮੁੰਡੇ ਨੇ ਕੋਈ ਪੋਸਟਰ ਵੀ ਲਾਤਾ ਖਾਲਿਸਤਾਨ ਦਾ, ਦੀਵਾਰ ਤੇ ਗ੍ਰਾਫਿਟੀ ਵੀ ਕਿਸੇ ਬੱਚੇ ਨੇ ਲਿਖਤੀ, ਕਿਉਂਕਿ ਉਹਨੂੰ ਡਾਲਰ ਦਿਖਾਏ ਜਾਂਦੇ ਨੇ। ਐਂਡ ਆਈ ਆਸਕ ਦਿਸ ਕੁਐਸਚਨਸ ਟੂ ਜਿਹੜੇ ਆਪਣੇ ਗੁਰਪਤਵੰਤ ਪੰਨੂ ਹੈ, ਇਹਨਾਂ ਤੋਂ ਸਵਾਲ ਪੁੱਛੇ ਗਏ ਸੀਗੇ। ਮੈਂ ਪੁੱਛਿਆ ਸੀ ਕਿ ਤੁਸੀਂ ਇਹ ਡਾਲਰ ਦਿਖਾਉਂਦੇ ਐਂਡ ਯੂ ਆਰ ਬੇਸਿਕਲੀ ਕੀ ਕਰ ਰਹੇ ਹੋ? ਕੋਈ ਵਿਚਾਰਧਾਰਕ ਇਹਨਾਂ ਬੱਚਿਆਂ ਦੀ ਕੋਈ ਖਾਲਿਸਤਾਨ ਦੇ ਪ੍ਰਤੀ ਕੋਈ ਅਸੀਂ ਸੋਚ ਨਹੀਂ, ਤੁਸੀਂ ਇਹਨਾਂ ਨੂੰ ਡਾਲਰ ਦਿੰਦੇ ਹੋ, ਇਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਜਾਓ ਉੱਥੇ ਝੰਡਾ ਚੜਾ ਕੇ ਆਓ DC ਦਫ਼ਤਰ ਦੇ ਬਾਹਰ, ਉਹ ਝੰਡਾ ਚੜਾ ਜਾਂਦੇ ਨੇ। ਉਸ ਤੋਂ ਬਾਅਦ ਅੱਜ ਹਾਲ ਮੁੰਡਿਆਂ ਦਾ ਪੁੱਛਣ ਨੂੰ ਕੋਈ ਤਿਆਰ ਨਹੀਂ। ਉਹਨਾਂ ਦੇ ਪਰਿਵਾਰਾਂ ਦੇ ਨਾਲ ਜੋ ਹੋ ਰਿਹਾ, ਅਸੀਂ ਆਪਣੀਆਂ ਟੀਮਾਂ ਭੇਜ ਕੇ ਉੱਥੋਂ ਚੈੱਕ ਕਰਾਇਆ ਕੀ ਹੋਇਆ ਉੱਥੇ। ਉਹਨਾਂ ਦੇ ਪਰਿਵਾਰਾਂ ਕੋਲ ਅੱਜ ਜਿਹੜੀਆਂ ਅਦਾਲਤਾਂ ਦੇ ਵਿੱਚ ਵਕੀਲਾਂ ਦੇ ਦੇਣ ਦੇ ਪੈਸੇ ਨਹੀਂ ਹੈਗੇ ਨੇ, ਐਂਡ ਦੋਜ਼ ਪੀਪਲ, ਐਂਡ UAPA ਲਗਾਤਾ ਗਿਆ ਉਹਨਾਂ ਦੇ ਉੱਤੇ। ਉੱਥੇ ਦੀ ਪੁਲਿਸ ਨੇ ਵੀ ਕੋਈ ਘੱਟ ਨਹੀਂ ਕੀਤਾ, ਸਰਕਾਰਾਂ ਨੇ ਪੂਰੀ ਧੱਕਾ ਕਰਦੇ ਨੇ, ਵਧੀਕੀ ਕਰਦੇ ਨੇ। ਹੁਣ ਪਿੱਛੇ 4 ਦਿਨ ਪਹਿਲਾਂ ਉਹਨਾਂ ਨੇ ਕਿਹਾ ਵੀ ਗੁਰਪਤਵੰਤ ਪੰਨੂ ਦੇ ਨਾਲ SFJ ਦੇ ਨਾਲ ਜੁੜਿਆ ਹੋਇਆ ਸੀ ਮੋਡਿਊਲ, ਜਿਹੜਾ ਕਿ ਖਾਲਿਸਤਾਨ ਦਾ ਪ੍ਰਚਾਰ ਕਰਦਾ ਸੀ ਜਾਂ ਪੋਸਟਰ ਵਗੈਰਾ ਛਾਪਦੇ ਸੀ, ਉਹਨਾਂ ਨੂੰ ਫੜ ਲਿਆ। ਸੋ ਉੱਥੇ ਦੀ ਸਟੇਟ ਤਾਂ ਵਧੀਕੀ ਕਰ ਹੀ ਰਹੀ ਹੈ, ਲੇਕਿਨ ਇੱਥੋਂ ਦੇ ਲੋਕ ਵੀ ਦੇਖੋ ਉਹਨਾਂ ਬੱਚਿਆਂ ਨੂੰ ਕੈਨਨ ਫੋਡਰ ਦੀ ਤਰ੍ਹਾਂ ਵਰਤਦੇ ਨੇ। ਲੇਕਿਨ ਹੁਣ ਗੱਲ ਇੱਥੋਂ ਆ ਚੁੱਕੀ ਹੈ, ਤੁਸੀਂ ਉੱਥੇ ਜੋ ਧੜਥੱਲੀ ਮਚਾਣੀ ਹੈ ਮਚਾਤੀ, ਉੱਥੇ ਦੇ ਬੱਚਿਆਂ ਨੂੰ ਤੁਸੀਂ ਵਰਗਲਾ ਕੇ ਡਾਲਰਾਂ ਦਾ ਲਾਲਚ ਦਿਖਾ ਕੇ ਤੁਸੀਂ ਦਿੱਤੇ ਨਹੀਂ ਦਿੱਤੇ, ਦੈਟ ਇਜ਼ ਅ ਸੈਕੰਡਰੀ ਥਿੰਗ, ਬਟ ਯੂ ਹੈਵ ਮੇਡ देयर ਲਾਈਫ ਮੈਸ। ਅੱਜ ਬੱਚਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ, ਕੈਨ ਯੂ ਬਿਲੀਵ ਇਟ? ਨਵਾਂ ਸ਼ਹਿਰ ਦੇ ਵਿੱਚ ਇੱਕ ਜਿਹੜੇ 3 ਮੁੰਡੇ ਨੇ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ, ਉਹਨੂੰ ਸੈਡੀਸ਼ਨ ਦੇ ਕੇਸ ਦੇ ਵਿੱਚ, ਜੋ ਕਿ ਇੰਡੀਆ ਦੇ ਵਿੱਚ ਵੀ ਨਹੀਂ ਹੋਇਆ। ਸੋ ਕਾਨੂੰਨ ਤੇ ਅਦਾਲਤਾਂ ਉੱਥੇ ਕੋਈ ਰਿਆਇਤ ਨਹੀਂ ਕਰ ਰਹੀਆਂ, ਉਹਨਾਂ ਨੌਜਵਾਨਾਂ ਦੀ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਨੇ। ਤੇ ਆਪਾਂ ਵੇਅਰ ਆਰ ਵੀ ਰੀਚਿੰਗ, ਆਪਾਂ ਕੀ ਕਰ ਰਹੇ? ਤੇ ਹੁਣ ਉਹੀ ਕੰਮ ਤੁਸੀਂ ਉਹੀ ਅੱਗ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਲਾ ਰਹੇ ਹੋ। ਔਨ ਦ ਟਾਪ ਆਫ ਇਟ ਆ ਪੋਸਟਰਸ ਹੈਗੇ ਨੇ, ਕੱਲ੍ਹ ਨੂੰ ਖੁਦਾ ਨਾ ਖਾਸਤਾ ਕੋਈ ਅਜਿਹੀ ਵਾਰਦਾਤ ਹੋ ਜਾਂਦੀ ਹੈ, ਇਹ ਲੋਕਾਂ ਨੂੰ ਟਾਰਗੇਟ, ਇਹ ਚੀਜ਼ਾਂ ਹੈਕਲਿੰਗ ਤਾਂ ਆਮ ਹੋ ਚੁੱਕੀ ਹੈ। ਇੱਥੇ ਕੋਈ ਸੁਰੱਖਿਆ ਦਾ ਪੈਟਰਨ ਤਾਂ ਹੈ ਨਹੀਂ। ਹੁਣ ਇੱਥੇ ਹਰਦੀਪ ਸਿੰਘ ਨਿੱਜਰ ਨੂੰ ਸਰੀ ਦੇ ਵਿੱਚ ਕਤਲ ਕਰਤਾ ਗਿਆ, ਉਸ ਤੋਂ ਇਲਾਵਾ 3-4 ਹੋਰ ਲੋਕ ਹੈਗੇ ਨੇ ਜੋ ਕਿ ਥ੍ਰੈਟ ਲਿਸਟ ਦੇ ਵਿੱਚ ਸਨ, ਠੀਕ ਹੈ ਨਾ। ਸੋ ਕੀ ਕੈਨੇਡੀਅਨ ਅਥਾਰਟੀਜ਼ ਬਚਾ ਪਾਈਆਂ ਉਹਨਾਂ ਨੂੰ? ਕੁਡ ਦੇ ਪ੍ਰੋਟੈਕਟ ਦੈਮ? ਉਹਨਾਂ ਨੂੰ ਥ੍ਰੈਟਸ ਵੀ ਸੀ, ਇੰਟੈਲੀਜੈਂਸ ਦੀ ਰਿਪੋਰਟਸ ਵੀ ਸੀ। ਸੋ ਜਾਨ ਮਾਲ ਦੀ ਤਾਂ ਕਿਸੇ ਦੀ ਹਿਫਾਜ਼ਤ ਹੈ ਹੀ ਨਹੀਂ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ। ਕਹਿਣ ਦੀਆਂ ਗੱਲਾਂ ਨੇ, ਆਈ ਮੀਨ ਯੂ ਹੈਵ ਟੂ ਸੀ, ਜੇ ਸੇਮ ਚੀਜ਼ ਇੰਡੀਆ ਦੇ ਵਿੱਚ ਹੋਈ ਹੋਵੇ, ਉੱਥੇ ਵੀ ਚਲੋ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ, ਮਾਰਨ ਵਾਲੇ ਤਾਂ ਉੱਥੇ ਵੀ ਮਾਰ ਜਾਂਦੇ ਨੇ, ਪ੍ਰੋਟੈਕਸ਼ਨ ਦੇ ਵਿੱਚ ਵੀ ਕੋਈ ਨਹੀਂ ਬਚਦਾ। ਸਿੱਧੂ ਮੂਸੇਵਾਲਾ ਦਾ ਕੇਸ ਆਪਾਂ ਡਿਸਕਸ ਕੀਤਾ ਸੀ ਉਧਰ, ਬਟ ਅਨਫੋਰਚੂਨੇਟ ਬਿਟ ਇਜ਼ ਕਿ ਇੱਥੋਂ ਦੀ ਆਬੋ ਹਵਾ ਨੂੰ ਖਰਾਬ ਕਰਨਾ, ਮੈਨੂੰ ਲੱਗਦਾ ਹੈ ਉੱਥੇ ਦੀ ਆਬੋ ਹਵਾ ਖਰਾਬ ਕਰਨੀ ਬਿਲਕੁਲ ਗਲਤ ਹੈ, ਉਹ ਵੀ ਨਹੀਂ ਹੋਣਾ ਚਾਹੀਦਾ। ਤੇ ਇਹੀ ਗੱਲਾਂ ਬਾਤਾਂ ਇੰਡੀਅਨ ਗਵਰਨਮੈਂਟ ਰੋ ਰਹੀ ਹੈ ਨਾ, ਵੀ ਤੁਸੀਂ ਮਾਹੌਲ ਉੱਥੇ ਦਾ ਪੰਜਾਬ ਦੇ ਵਿੱਚ ਕਿਉਂ ਰੋ ਰਹੀ ਹੈ ਪੰਜਾਬ ਸਰਕਾਰ, ਵੀ ਤੁਸੀਂ ਇੱਥੇ ਦਾ ਮਾਹੌਲ ਖਰਾਬ ਕਿਉਂ ਕਰ ਰਹੇ ਹੋ ਬਾਹਰ ਬੈਠ ਕੇ? ਤੇ ਹੁਣ ਬਾਹਰ ਦਾ ਵੀ ਮਾਹੌਲ ਖਰਾਬ ਕਰ ਰਹੇ ਨੇ। ਹੁਣ ਕੌਣ ਲੋਕ ਹੈਗੇ ਨੇ? ਅਗੇਨ ਦ ਅਦਰ ਪਾਰਟ ਆਫ ਦਾ ਪ੍ਰੋਬਲਮ ਇਜ਼ ਕਿ ਫੇਸਲੈਸ ਲੋਕ ਹੈਗੇ ਨੇ। ਸਿਰਫ ਗੁਰਪਤਵੰਤ ਪੰਨੂ ਸਾਹਮਣੇ ਹੈ, ਉਹ ਸਾਹਮਣੇ ਆ ਕੇ ਜ਼ਿੰਮੇਵਾਰੀਆਂ ਲੈ ਲੈਂਦਾ ਹੈ, ਚਲੋ ਸਮਝ ਆਉਂਦਾ ਵੀ ਠੀਕ ਹੈ, ਵਨ ਕੈਨ ਟਾਕ ਟੂ ਹਿਮ। ਲੇਕਿਨ ਇਸ ਤਰੀਕੇ ਦੇ ਪੋਸਟਰ ਪਤਾ ਨਹੀਂ SFJ ਵੱਲੋਂ ਹੈ, ਵੀ ਡੋਂਟ ਨੋ ਕਿਹਦੇ ਵੱਲੋਂ ਹੈ, ਵੀ ਕਾਂਟ ਬਲੇਮ ਕਿ ਯਾਰ ਇਹਨੇ ਕੀਤਾ ਉਹਨੇ ਕੀਤਾ। ਲੇਕਿਨ ਸ਼ਰਾਰਤਾਂ ਫਿਰ ਐਵੇਂ ਹੀ ਹੁੰਦੀਆਂ ਨਾ, ਤੁਸੀਂ ਇੱਕ ਛੁਰਲੀ ਜੀ ਛੱਡ ਦਿਓ ਤੇ ਉਹਦੇ ਨਾਲ ਕਿਸ ਦਾ ਨੁਕਸਾਨ ਹੋ ਜਾਵੇ, ਕੱਲ੍ਹ ਨੂੰ ਜ਼ਿੰਮੇਵਾਰ ਕੋਈ ਵੀ ਨਹੀਂ। ਕਹੋ ਜੀ ਇਹ ਤਾਂ ਸਾਡਾ ਕੰਮ ਹੀ ਨਹੀਂ ਸੀ, ਫਿਰ ਲੈ ਦੇ ਕੇ ਏਜੰਸੀਆਂ ਤਾਂ ਆਈ ਜਾਂਦੀਆਂ ਨੇ ਜੀ, ਏਜੰਸੀਆਂ ਨੇ ਕਰਾਇਆ, ਫਿਰ ਏਜੰਸੀਆਂ ਨੂੰ ਦਾ ਵੀ ਕੈਨ ਫਿਟ ਇਨ ਸਹੂਲਤ ਦੇ ਹਿਸਾਬ ਨਾਲ, ਕਦੀ इंडिया की एजेंसी ने कराया तो कभी पाकिस्तान की एजेंसी ने कराया। यहीं पे एक और सवाल पैदा होता है कि जैसे जस्टिन ट्रूडो की गवर्नमेंट को इंडिया में कम से कम
बड़ा सॉफ्ट गवर्नमेंट माना जाता है कि ये खालिस्तानी फोर्सेस के खिलाफ जो है एक्शन नहीं लेते। और यहाँ की गवर्नमेंट ने हमेशा बोला है कि यहाँ पे ये फ्रीडम ऑफ एक्सप्रेशन का एक मामला हो जाता है कि कोई अगर ऑब्जेक्शनेबल स्लोगन्स कोई दे भी रहा है, कोई पोस्टर बना भी रहा है, तो फिर आप उनको प्रोसिक्यूट नहीं कर सकते क्योंकि उनकी आज़ादी है, कोई भी मूवमेंट हो। जब तक यहाँ का लॉ एंड ऑर्डर नहीं अपसेट होता है तब तक जो है कोई एक्शन नहीं लेती है यूजुअली फॉरेन गवर्नमेंट, जो हमने देखा है अब तक की तारीख में। एक और आर्गुमेंट जो दिया जा रहा है वो ये कि क्या ये जो जैसे नेशनल सिक्योरिटी एडवाइज़र यहाँ की, उन्होंने कहा था कि इंडिया साइड से भी जो है अब इंटरफेरेंस हो रहा है। तो यहाँ के जो ग्रुप्स है, खास करके आपने देखा होगा वर्ल्ड सिख ऑर्गेनाइजेशन है और बाकी ऐसे जो और भी दीगर ग्रुप्स हैं, वो लोग कह रहे हैं कि जो है आप इंडियन साइड का भी आप देखो कि क्या उनकी तरफ से भी ये कोशिश हो रही है कि जो है लोगों को भड़काया जाए, उकसाया जाए। तो ये भी एक काउंटर आर्गुमेंट दिया जा रहा है। आप इसके बारे में क्या सोचते हैं? बिल्कुल ठीक है, ये चीज़ पॉसिबल है। इंडियन एजेंसीज भी एक्टिव होणगियां, दे मस्ट बी डूइंग देयर सेट ऑफ प्रोपेगेंडा। ऐसा ਤਾਂ ਹੈ ਨਹੀਂ ਕਿ ਉਹ ਵੀ ਕਹਿੰਦੇ ਨੇ ਕਿ ਹੱਥ ਤੇ ਹੱਥ ਧਰ ਕੇ ਤਾਂ ਕੋਈ ਵੀ ਨਹੀਂ ਬੈਠਾ। ਉਹਨਾਂ ਨੂੰ ਪਤਾ ਵੀ ਸਾਡੀ ਟਰਬਲ ਕਿੱਥੋਂ ਆ ਰਹੀ ਹੈ, ਸਾਡੀ ਟਰਬਲ ਕੈਨੇਡਾ ਤੇ ਅਮਰੀਕਾ ਚੋਂ ਆ ਰਹੀ ਹੈ। ਸੋ ਦੇ ਹੈਵ देयर ओन ਸੈਲਸ ਆਪਰੇਟਿੰਗ, ਉਹ ਵੀ ਆਪਣਾ ਕੰਮ ਕਰ ਰਹੇ ਨੇ। ਲੇਕਿਨ ਤੁਸੀਂ ਕੋਈ ਵੀ ਚੀਜ਼ ਜੋ ਕਿ ਕੈਨੇਡਾ ਦੇ ਵਿੱਚ ਹੁੰਦੀ ਹੈ, ਅਮਰੀਕਾ ਦੇ ਵਿੱਚ ਹੁੰਦੀ ਹੈ, ਉਸ ਦੀ ਗਹਿਰਾਈ ਤੱਕ ਜਾਂ ਉਸ ਦੀ ਸੱਚਾਈ ਤੱਕ ਪਹੁੰਚਣਾ ਕਿਸ ਦਾ ਕੰਮ ਹੈ? ਹੁਣ ਤੁਸੀਂ ਇਹ ਅੱਜ ਜੇ ਹਰਦੀਪ ਸਿੰਘ ਨਿੱਜਰ ਦਾ ਕਤਲ ਇੱਥੇ ਕੀਤਾ ਗਿਆ ਹੈ, ਜਿਹੜੇ ਵੀ ਲੋਕਾਂ ਤੋਂ ਉਹਨਾਂ ਨੂੰ ਖਤਰਾ ਸੀ, ਅੱਜ ਤੱਕ ਉਹ ਗੱਲਾਂ ਬਾਤਾਂ ਕਿਉਂ ਨਹੀਂ ਨਿਕਲ ਕੇ ਸਾਹਮਣੇ ਆ ਪਾ ਰਹੀਆਂ? ਜੇ ਥ੍ਰੈਟ ਪਰਸੈਪਸ਼ਨ ਸੀ ਤੇ ਹੈ, ਹੋਰ ਲੋਕਾਂ ਨੂੰ ਹੈ, ਤਾਂ ਫਿਰ ਕਿਸ ਤੋਂ ਹੈ? ਇਹ ਵੀ ਤਾਂ ਕਲੀਅਰ ਹੋਵੇ ਨਾ। ਇਹ ਕਿਹਨੇ ਕਲੀਅਰ ਕਰਨਾ ਹੈ? ਸਿਮਿਲਰਲੀ ਇੰਨੇ ਲੋਕ ਮਾਰੇ ਜਾਂਦੇ ਨੇ, ਖਾਸ ਕਰਕੇ ਬਹੁਤ ਸੇ ਜਿਹੇ ਸਿੱਖ ਲੀਡਰਸ ਨੇ ਜਿਹੜੇ ਮਾਰੇ ਗਏ ਨੇ ਐਵਰ ਸਿੰਸ ਆਪਾਂ ਰਿਪੁਦਮਨ ਮਲਿਕ ਦਾ ਮਰਡਰ ਦੇਖਿਆ, ਪਿਛਲੇ ਸਾਲ ਹੋਇਆ, ਆਈ ਥਿੰਕ ਸਾਲ ਪੂਰਾ ਵੀ ਨਹੀਂ ਹੋਇਆ ਉਹਨੂੰ ਤਾਂ। ਉਸ ਤੋਂ ਪਹਿਲਾਂ ਵੀ ਬਹੁਤ ਅਜਿਹੇ, ਤਾਰਾ ਸਿੰਘ ਹੇਅਰ ਦਾ ਕਤਲ ਜਿਹੜਾ ਸੀ ਕੀਤਾ ਗਿਆ ਸੀਗਾ। ਹੀ ਵਾਜ਼ ਅ ਜਰਨਲਿਸਟ, ਰਾਈਟ? ਹੀ ਵਾਜ਼ ਕਿਲਡ in 80s, in 98 in fact to be precise। ਹਮਲੇ ਉਹਨਾਂ ਤੇ 88 ਚ ਹੋਏ। So all these murders, their investigations never reached a conclusion। ਜੇ ਇੰਡੀਅਨ ਏਜੰਸੀਜ਼ ਜਾਂ ਇੰਡੀਅਨ ਤਾਕਤਾਂ ਸਾਬੋਟਾਜ ਐਕਟੀਵਿਟੀਜ਼ ਕਰਨੀਆਂ ਕਰਵਾ ਰਹੀਆਂ ਨੇ, then we should get to the bottom of ਕਿ ਕਿਸਨੇ ਕਰਵਾਇਆ। ਹੁਣ ਇੰਡੀਆ ਦੇ ਵਿੱਚ ਕੋਈ ਵਾਰਦਾਤ ਹੁੰਦੀ ਹੈ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, 2 ਮਿੰਟ ਦੇ ਨਾਲ ਉਹ ਨਾਂ ਲੈ ਦਿੰਦੇ ਨੇ, ਜੇ ਫਲਾਂ ਬੰਦਾ ਸੀ, ਟਮਕਾ ਬੰਦਾ ਸੀ, ਲੈ ਤਾਂ ਦਿੰਦੇ ਨੇ ਨਾ, ਬਾਅਦ ਚ ਪ੍ਰੂਵ ਹੋਵੇ ਜਾਂ ਨਾ ਹੋਵੇ। ਦੇ ਟੈਲ ਕਿ ਜੀ ਇਹ ਤਾਂ ਜੀ ਦੀਜ਼ ਇਹ ਕੈਨੇਡਾ ਚ ਬੈਠ ਕੇ ਫਲਾਂ ਬੰਦੇ ਨੇ ਕਰਾਇਆ, ਅਮਰੀਕਾ ਦੇ ਵਿੱਚ ਬੈਠ ਕੇ, ਫਿਲੀਪਾਈਨਸ ਦੇ ਵਿੱਚ ਬੈਠ ਕੇ, ਇੰਗਲੈਂਡ ਦੇ ਵਿੱਚ ਬੈਠ ਕੇ ਫਲਾਂ ਖਾੜਕੂ ਐਲੀਮੈਂਟ ਸੀ, ਉਹਨਾਂ ਦਾ ਮੋਡਿਊਲ ਸੀ ਜੀ, ਆਹ ਕਰਾਇਆ। ਦਿਸ ਇਜ਼ ਵਾਟ ਦੇ ਟਾਰਗੇਟਿਡ ਕਿਲਿੰਗਸ ਜਿਹੜੀਆਂ ਹੋਈਆਂ ਨਾ, ਹਰਦੀਪ ਸਿੰਘ ਨਿੱਜਰ ਦਾ ਜਿਹੜਾ ਨਾਂ ਜੁੜਦਾ ਸੀ, ਇਟ ਵਾਜ਼ ਬੀਇੰਗ ਲਿੰਕਡ ਵਿਦ ਟਾਰਗੇਟਿਡ ਕਿਲਿੰਗਸ। ਪ੍ਰੋਸਕ੍ਰਾਈਬਡ ਉਸ ਨੂੰ ਟੈਰਰਿਸਟ ਐਲਾਨ ਕਰਤਾ ਭਾਰਤ ਸਰਕਾਰ ਨੇ, ਬਿਲਕੁਲ ਠੀਕ ਹੈ ਨਾ। ਹੁਣ ਭਾਰਤ ਸਰਕਾਰ ਜੇ ਆਪਣੇ ਕਾਗਜ਼ਾਂ ਦੇ ਵਿੱਚ ਉਸ ਨੂੰ ਇੱਕ ਦਹਿਸ਼ਤਗਰਦ ਦੱਸਦੀ ਪਈ ਹੈ, सो वो तो खुल के दसते पे ने ना। अमरिंदर सिंह ने तो लिस्ट दी थी जस्टिन ट्रूडो को, उसमें कहा गया है कि हरदीप सिंह निज्जर का भी नाम था उसमें। एग्जैक्टली मैं ही कह रहा भी ਜਿਹੜੀ ਚੀਜ਼ ਕਰ ਰਹੇ ਰਿਕਾਰਡ ਤੇ ਕਰ ਰਹੇ ਨੇ। ਹੁਣ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਗਲਤ ਕਰ ਰਹੇ ਨੇ, ਲੇਕਿਨ ਬਟ ਦੇ ਆਰ ਔਨ ਰਿਕਾਰਡ। ਹੁਣ ਜੇ ਤੁਸੀਂ ਵੀ ਉਸ ਨੂੰ ਕਾਊਂਟਰ ਕਰਨਾ ਹੈ, then you will have to come up with some good investigations। ਹੁਣ ਇੱਥੇ ਤੁਸੀਂ ਤਾਰਾ ਸਿੰਘ ਹੇਅਰ ਦੇ ਮਰਡਰਸ ਤੱਕ ਅੱਜ ਨਹੀਂ ਪਹੁੰਚ ਪਾਏ, ਜਾਂ ਕਹਿ ਲਓ ਕਿ ਉਹਨਾਂ ਦੇ ਪਿੱਛੇ ਦਾ ਜਿਹੜਾ ਕਤਲ, ਜਿਵੇਂ ਰਿਪੁਦਮਨ ਮਲਿਕ ਨੂੰ ਮਾਰਿਆ ਗਿਆ, ਸ਼ੂਟਰ ਫੜ ਲਏ ਗਏ, ਕਿਹਾ ਗਿਆ ਸ਼ੂਟਰ ਫੜ ਲਏ ਗਏ ਨੇ ਇਹਨਾਂ, ਲੇਕਿਨ ਵੇਅਰ ਇਜ਼ ਦ ਮੋਟਿਵ? ਉਹ ਸ਼ੂਟਰ ਦੀ ਕੀ ਦੁਸ਼ਮਣੀ ਸੀ ਰਿਪੁਦਮਨ ਮਲਿਕ ਦੇ ਨਾਲ? ਤੁਸੀਂ ਕੱਲ ਨੂੰ ਹੋ ਸਕਦਾ ਪੋਸੀਬਲ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਾਤਲ ਫੜ ਲਏ ਜਾਣਗੇ, ਸ਼ੂਟਰ ਕਦੇ ਨਾ ਕਦੇ ਤਾਂ ਫੜੇ ਜਾਣਗੇ, ਲੇਕਿਨ ਜੇ ਫੜੇ ਗਏ ਤੁਸੀਂ ਕਹੋ ਜੀ ਇਹ ਬੰਦਿਆਂ ਨੇ ਮਾਰਿਆ ਸੀ, ਲੇਕਿਨ ਮੋਟਿਵ ਨਹੀਂ ਅਸੀਂ ਲੱਭਾਂਗੇ, ਵਿਚ ਇਜ਼ ਅ ਵੈਰੀ ਇੰਪੋਰਟੈਂਟ ਪਾਰਟ ਆਫ ਅ ਕ੍ਰਿਮੀਨਲ ਇਨਵੈਸਟੀਗੇਸ਼ਨ ਕਿ ਵਾਟ ਵਾਸ ਦ ਮੋਟਿਵ। ਇਹ ਲੋਕਾਂ ਨੂੰ ਕਿਹਨੇ ਭੇਜਿਆ, ਹੂ ਵਰ ਦ ਏਜੰਸੀਜ਼, ਹੂ ਵਰ ਦ ਫੋਰਸਿਸ, ਤਾਕਤਾਂ ਕੌਣ ਸਨ। ਹੁਣ ਇਹ ਸਾਰੀਆਂ ਚੀਜ਼ਾਂ ਤਾਂ ਜੋ ਕੁਛ ਇੱਥੇ ਹੋ ਰਿਹਾ, ਵਟ ਐਵਰ ਇਜ਼ ਹੈਪਨਿੰਗ, ਇਟ ਇਜ਼ ਟੂ ਬੀ ਇਨਵੈਸਟੀਗੇਟਡ ਬਾਈ ਦ ਲੋਕਲ ਗਵਰਨਮੈਂਟ ਹੇਅਰ। ਤੇ ਉਹਦੇ 'ਚ ਇੰਡੀਆ ਦਾ ਕਿੰਨਾ ਕੁ ਦਬਾਅ ਹੋ ਸਕਦਾ ਹੈ? ਜਿਹੜੇ ਆਪਣੇ ਕੌਂਸੂਲੇਟ ਨੂੰ ਅੱਗ ਲੱਗਣ ਤੋਂ ਨਹੀਂ ਬਚਾ ਪਾ ਰਹੇ, ਜਿਹੜੇ ਆਪਣੇ ਕੌਂਸੂਲੇਟ ਦੇ ਝੰਡੇ ਝੁਕਣ ਤੋਂ ਨਹੀਂ ਬਚਾ ਪਾ ਰਹੇ, ਜਿਹੜੇ ਆਪਣੇ ਕੌਂਸੂਲੇਟਾਂ ਦੇ ਬਾਹਰ ਪ੍ਰੋਟੈਸਟ ਹੋਣ ਤੋਂ ਰੋਕ ਨਹੀਂ ਪਾ ਰਹੇ, ਉਹਨਾਂ ਦਾ ਕਿੱਡਾ ਕੁ ਦਬਾਅ ਹੈਗਾ। ਸੋ ਇਹ ਮੁੱਦਾ ਇਹ ਨਹੀਂ ਹੈ ਕਿ ਕਾਊਂਟਰ ਜਿਹੜਾ ਸਾਬੋਟਾਜ ਆਪਰੇਸ਼ਨਸ ਇੰਡੀਆ ਜਾਂ ਇੰਡੀਆ ਦੀ ਏਜੰਸੀਜ਼ ਕਰ ਰਹੀਆਂ ਹੋ ਸਕਦੀਆਂ ਨੇ, ਲੇਕਿਨ ਉਸ ਨੂੰ ਫਿਰ ਪ੍ਰੂਵ ਕਿਸ ਨੇ ਕਰਨਾ? ਹੂ ਹੈਜ਼ ਟੂ ਫਾਈਨਲੀ ਬੈਲ ਦ ਕੈਟ। ਹੁਣ ਇਹ ਸਭ ਦੇ ਚੱਲਦੇ ਹੋਏ ਤੁਸੀਂ ਕਹੋ ਕਿ ਜੀ ਨੈਰੇਟਿਵ ਇੱਕ ਹੀ ਪਾਸੇ ਤੁਰੀ ਜਾਵੇ, ਇੰਡੀਅਨ ਏਜੰਸੀਜ਼ ਨੂੰ ਤਾਂ ਤੁਸੀਂ ਟਾਰਗੇਟ ਕਰ ਲਓ, ਪੰਡ ਦਿਓ, ਲੇਕਿਨ ਇੱਥੋਂ ਦੀਆਂ ਗਵਰਨਮੈਂਟਸ ਕੁਝ ਕੱਢ ਕੇ ਨਾ ਦੇਣ, ਹੈ ਨਾ, ਇੱਥੋਂ ਦੀ ਇਨਵੈਸਟੀਗੇਸ਼ਨ ਕਿਤੇ ਸਿਰੇ ਤੇ ਨਾ ਲੱਗੇ। ਸੋ ਦੈਨ ਵੇਅਰ ਡੂ ਵੀ ਰੀਚ? ਸੋ ਇੰਡੀਆ ਇਜ਼ ਔਨ ਅ ਵੈਰੀ ਪੋਲੀਟੀਕਲੀ ਕਰੈਕਟ ਪੋਜੀਸ਼ਨ। ਉਹ ਕਹਿੰਦੇ ਨੇ ਕਿ ਜੋ ਅਸੀਂ ਕਹਿ ਰਹੇ ਹਾਂ, ਅਸੀਂ ਰਿਕਾਰਡ ਤੇ ਕਹਿ ਰਹੇ ਹਾਂ, ਠੀਕ ਹੈ, ਅਦਾਲਤਾਂ ਦੇ ਵਿੱਚ ਉਹਨਾਂ ਨੇ ਪ੍ਰੂਵ ਹੋਣਾ ਨਹੀਂ ਹੋਣਾ, ਦੈਟ ਇਜ਼ ਅ ਸੈਕੰਡਰੀ ਪਾਰਟ, ਲੇਕਿਨ ਉਹਨਾਂ ਨੇ ਤਾਂ ਆਪਣੇ ਵੱਲੋਂ ਤੁਹਾਨੂੰ ਗਰਦਾਨਤਾ ਨਾ ਦੈਟ ਯੂ ਆਰ ਕ੍ਰਿਮੀਨਲਸ, ਯੂ ਆਰ ਟੈਰਰਿਸਟ।
ਤੇ ਤੁਸੀਂ ਕੀ ਕੀਤਾ ਉਸ ਚੀਜ਼ ਨੂੰ ਕਾਊਂਟਰ ਕਰਨ ਲਈ, ਰਾਈਟ? ਸੋ ਇੱਕ ਬੜੀ ਵੱਡੀ ਡਾਇਕੋਟਮੀ ਹੈ, ਇਟ ਇਜ਼ ਅ ਹਿਊਜ ਕੰਟਰਾਡਿਕਸ਼ਨ ਵੇਅਰ ਸਮਵੇਅਰ ਕੈਨੇਡੀਅਨ ਐਂਡ ਦ ਯੂਐਸ ਗਵਰਨਮੈਂਟਸ ਮਸਟ ਆਸਕ देयर ਇੰਡੀਅਨ ਕਾਊਂਟਰਪਾਰਟਸ ਵੀ ਆ ਸਾਡੇ, ਹੁਣ ਇੱਥੇ ਉਦੋਂ ਆਈ ਵਾਸ ਜਸਟ ਲਿਸਨਿੰਗ ਕਿ ਹਰਦੀਪ ਸਿੰਘ ਨਿੱਜਰ ਬਾਰੇ ਆਰਸੀਐਮਪੀ ਦੇ ਮੁਖੀ ਨੇ ਕਿਹਾ ਕਿ ਹੀ ਵਾਸ ਅ ਰਿਸਪੈਕਟੇਬਲ ਫਿਗਰ, ਉਹ ਕਹਿੰਦੇ ਬਹੁਤ ਹੀ ਸਨਮਾਨਿਤ ਸ਼ਖਸੀਅਤ ਸੀ ਇਸ ਕਮਿਊਨਿਟੀ ਦੇ। ਮੈਂ ਉਹਨਾਂ ਨੂੰ ਸਵਾਲ ਪੁੱਛਿਆ ਵੀ ਜੋ ਤੁਸੀਂ ਤੁਹਾਡੇ ਹਿਸਾਬ ਨਾਲ ਕਮਿਊਨਿਟੀ ਦੇ ਸਨਮਾਨਿਤ ਸ਼ਖਸ ਨੇ, ਉਹਨਾਂ ਨੂੰ ਭਾਰਤ ਸਰਕਾਰ ਇੱਕ ਅੱਤਵਾਦੀ ਕਹਿ ਰਹੀ ਹੈ। ਸੋ ਵਾਈ ਡੋਂਟ ਦ ਗਵਰਨਮੈਂਟ ਟੇਕ ਇਟ ਅਪ? ਯਾਰ ਇਸ ਨੂੰ ਨੈਰੇਟਿਵ ਨੂੰ ਕਰੈਕਟ ਕਰੋ। ਵਾਈ ਆਰ ਯੂ ਬਲੇਮਿੰਗ ਦਿਸ ਗਾਏ? ਸਾਡੇ ਹਿਸਾਬ ਨਾਲ ਹੀ ਇਜ਼ ਅ ਕਮਿਊਨਿਟੀ ਗਾਏ ਤੇ ਤੁਸੀਂ ਇਹਨੂੰ ਅੱਤਵਾਦੀ ਕਹਿਤਾ। ਸੋ ਉਹੋ ਜਿਹੀ ਕੋਈ ਆਪਸ ਦੇ ਵਿੱਚ ਕੋਈ ਸਮਝ ਨਹੀਂ ਹੈ। ਇੰਡੀਆ ਕੁਛ ਤੁਹਾਨੂੰ ਡੋਸੀਅਰ ਦੇ ਰਿਹਾ ਹੈ ਤੇ ਤੁਸੀਂ ਡੋਸੀਅਰਸ ਨੂੰ ਰਿਜੈਕਟ ਕਰ ਦਿਓ ਤੇ ਕਹਿ ਦਿਓ ਕਿ ਦਿਸ ਇਜ਼ ਬੁਲਸ਼ਿਟ, ਵਟ ਇਟ ਇਜ਼ ਸੈਂਡਿੰਗ ਅਸ, ਦਿਸ ਇਜ਼ ਬੁਲਸ਼ਿਟ, ਦੇयर इज ਨਥਿੰਗ ਟੂ ਸਬਸਟੈਂਸ਼ੀਏਟ ਦੋਸ ਕਲੇਮਸ, ਬਟ ਯੂ ਡੋਂਟ ਕਨਕਲੂਡ। ਸੋ ਮੇਬੀ ਸਮਥਿੰਗ ਇਜ਼ ਮਿਸਿੰਗ ਉਹਨਾਂ ਦੇ ਪਾਰਟ ਤੇ ਵੀ ਤੇ ਇਹਨਾਂ ਦੇ ਪਾਰਟ ਤੇ ਵੀ। ਯੂ ਨੀਡ ਟੂ ਡੂ ਯੋਰ ਹੋਮਵਰਕਸ ਐਂਡ ਯੋਰ ਸਪੇਡ ਵਰਕ ਐਂਡ ਮੇਬੀ ਦ ਗਵਰਨਮੈਂਟਸ ਆਰ ਜਸਟ ਨਾਟ ਇੰਟਰਸਟਿਡ। ਇਹ ਚੀਜ਼ਾਂ ਨੂੰ ਬਹੁਤ ਲਾਈਟਲੀ ਲੈ ਰਹੀਆਂ ਨੇ ਤੇ ਆ ਹੁਣ ਘਟਨਾਵਾਂ ਜੇ ਮੰਨ ਲਓ ਸੀਰੀਅਸ ਹੋ ਜਾਂਦੀਆਂ ਜਿਵੇਂ ਸੈਨ ਫਰਾਂਸਿਸਕੋ ਤੇ ਹੋਣਾ ਸ਼ੁਰੂ ਹੋ ਗਿਆ ਨਾ, ਹੁਣ ਇੱਥੇ ਕਤਲੋ ਗਾਰਤ ਹੋ ਗਈ ਨਾ। ਇੱਕ ਸਾਲ ਦੇ ਵਿੱਚ ਰਿਪੂ ਦਮਨ ਦਾ ਵੀ ਕਤਲ ਹੋ ਜਾਂਦਾ ਹੈ, ਹਰਦੀਪ ਨਿੱਜਰ ਦਾ ਵੀ ਕਤਲ ਹੋ ਜਾਂਦਾ ਹੈ, ਐਂਡ ਦੈਨ देयर मे बी अ सीरीज फर्दर ऑन। हले द थिंग्स हैव नॉट स्टॉप्ड। या बिल्कुल। और कि CSIS का भी जैसे उन पे ये इल्ज़ाम लगता है कि वो इंटेलिजेंस उनके पास थी लेकिन फिर उसको चीज़ को जो है अच्छे से कम्युनिकेट नहीं कर पाए, या जो है एक्शनेबल इंटेलिजेंस वो नहीं हो पाता है उनकी तरफ से, जो है जो भी उनका इनपुट होता है। तो एक उनके तरफ से भी ये लैप्स है। लेकिन साथ ही साथ जो हम देख पा रहे हैं, जैसे आज ही टोरंटो स्टार में एक मजमून छपा है जो मैं देख रहा था, इसमें कहा गया है कि कुछ ऐसा कोई एक थिंक टैंक है जो ऑन पेपर तो एग्जिस्ट नहीं करता है, लेकिन उसके ज़रिए जो है ये इन्फॉर्मेशन भेजा जा रहा था कि बहुत से कॉन्फ्रेंसेस ऑर्गेनाइज हो रहे हैं, एंटी मुस्लिम है, एंटी सिख कॉन्फ्रेंसेस कनाडा में ऑर्गेनाइज हो रहे हैं। जब टोरंटो स्टार ने इन्वेस्टिगेट किया तब उन लोगों ने पाया कि ऐसा कोई कॉन्फ्रेंस है ही नहीं, ना ही ऐसा कोई ऑर्गेनाइजेशन एग्जिस्ट करता है। लेकिन हिंदुस्तान के मीडिया आउटलेट्स ने उस वेबसाइट को कोट करते हुए अपने न्यूज़, वो लोग न्यूज़ के बाद एक न्यूज़ वो चलाए जा रहे हैं कि भाई ऐसा कॉन्फ्रेंस हो रहा है, वो वैसा कॉन्फ्रेंस हो रहा है। तो वो कह रहे हैं कि ये एक एलाबोरेट डिसइंफॉर्मेशन एक मैकेनिज़्म है जो कनाडा में ऑपरेट कर रहा है। अब इसमें जो है पुख्ता हक़ायक़ नहीं है कि भाई आप डायरेक्टली किसी गवर्नमेंट को आप लिंक कर सकें, लेकिन जो सिख ग्रुप्स हैं उनको लग रहा है कि शायद ये इंडियन इन्वॉल्वमेंट है या एक डेलिब्रेट मिसइन्फॉर्मेशन उनकी तरफ से हो रहा है। लेकिन हाँ, जो एक ये हुआ है और इंडियन साइड ने एतराज़ जाहिर किया है, तो ये इसको बिल्कुल कनाडा इग्नोर नहीं कर सकता, क्योंकि अल्टीमेटली अगर कुछ ऐसा होता है, जैसे अभी हाई कमिश्नर सरी आने वाले थे कुछ महीने पहले, वहाँ पे भी एक प्रोटेस्ट हुआ, उसके बाद लास्ट मोमेंट पे उनको विड्रॉ करना पड़ा, वहाँ पे भी एक वायलेंस हो गया था। तो आपको क्या लग रहा है कि ये इट्स अ बम्पी राइड अहेड फॉर इंडिया कनाडा रिलेशंस नाउ? बिल्कुल, इट इज़ ਜਿਹੜੀ ਚੀਜ਼ਾਂ ਤਾਂ ਦੇਖੋ ਖੈਰ ਵੀ ਇੰਡੀਅਨ ਏਜੰਸੀਜ਼ ਜਾਂ ਇੰਡੀਆ ਦੀ ਜਿਹੜੇ ਅਦਾਰੇ ਨੇ ਉਹ ਬਹੁਤ ਕੁਝ ਕਰ ਰਹੇ ਹੋਣਗੇ। ਆਈ ਮੀਨ ਦਿਸ ਇਨਫੋਰਮੇਸ਼ਨ, ਮਿਸ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ, ਲੇਕਿਨ ਸਿਰਫ ਇੰਡੀਆ ਨਹੀਂ ਕਰ ਰਿਹਾ, ਸਾਰੇ ਕਰ ਰਹੇ ਨੇ, ਠੀਕ ਹੈ ਨਾ। ਇੰਡੀਆ ਦੇ ਨਾਲ ਨਾਲ ਪਾਕਿਸਤਾਨ ਦੀ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ, ਠੀਕ ਹੈ ਨਾ। ਕੌਣ ਕਿਹਦੀ ਝੋਲੀ 'ਚ ਬੈਠਾ ਹੈ ਸਾਨੂੰ ਮਤਲਬ ਕਲੀਅਰ ਹੀ ਹੈ ਕਿ ਗੋਦੀ ਦੇ ਵਿੱਚ ਕੌਣ ਕਿਸੇ ਦੇ ਬੈਠਾ ਹੈ, ਦੈਟ ਇਜ਼ ਦੇਅਰ। ਲੇਕਿਨ ਜਿਹੜੀ ਚੀਜ਼ਾਂ ਸਾਹਮਣੇ ਹੋ ਰਹੀਆਂ ਨੇ ਹੁਣ, ਚਿੰਤਾ ਉਹ ਨਹੀਂ ਹੈ ਕਿ ਯਾਰ ਕੋਈ ਬਿਹਾਈਂਡ ਦ ਕਰਟਨਸ ਕੀ ਕਰਦਾ ਪਿਆ, ਚਿੰਤਾ ਉਹ ਹੈ ਕਿ ਜਿਹੜਾ ਸਾਹਮਣੇ ਹੋ ਰਿਹਾ ਹੈ। ਹੁਣ ਅੱਗ ਸਾਹਮਣੇ ਲੱਗ ਰਹੀ ਹੈ, ਇਸ ਦੇ ਬਾਰੇ ਕੀ ਕਿਹਾ ਜਾਏਗਾ, ਵਟ ਵਿਲ ਨੋ ਬੀ, ਹਾਊ ਵਿਲ ਇਟ ਬੀ। ਹੁਣ ਇਹ ਵੀ ਕਿਹਾ ਜਾ ਸਕਦਾ ਹੈ, ਆਈ ਮੀਨ ਦੇ ਕੈਨ ਬੀ ਨੈਰੇਟਿਵ, ਇਹ ਵੀ ਇੰਡੀਅਨ ਏਜੰਸੀ ਨੇ ਆਪਣੇ ਕਾਉਂਸਲੇਟ 'ਚ ਅੱਗ ਲਗਾਤੀ ਤਾਂ ਕਿ ਬਦਨਾਮ ਕੀਤਾ ਜਾ ਸਕੇ। ਆਈ ਮੀਨ ਦੇਰ ਕੈਨ ਬੀ ਕਾਊਂਟ, ਐਵਰੀਥਿੰਗ ਕੈਨ ਬੀ ਕੰਕੋਕਟਡ, ਹਰ ਚੀਜ਼ ਨੂੰ ਟਵੀਕ ਕੀਤਾ ਜਾ ਸਕਦਾ ਹੈ, ਘੁਮਾਇਆ ਜਾ ਸਕਦਾ ਹੈ, ਠੀਕ ਹੈ ਨਾ। ਕ੍ਰੈਡਿਟ ਲੈਣ ਵਾਲਾ ਆਪਣਾ ਵੀਡੀਓ ਬਣਾ ਕੇ ਕ੍ਰੈਡਿਟ ਲੈ ਰਿਹਾ ਹੈ, ਲੇਕਿਨ ਇੱਕ ਦੇਰ ਵਿਲ ਬੀ ਅਨਦਰ ਪੋਲੀਟੀਕਲੀ ਕਰੈਕਟ ਥਿੰਗ ਹੂ ਵਿਲ ਆਲਵੇਜ਼ ਸੇ ਕਿ ਇਹ ਤਾਂ ਜੀ ਕਰਾਈ ਇੰਡੀਆ ਨੇ। So we have been listening to this thing ever since Air India bombings। ਜੀ ਜੀ ਬਿਲਕੁਲ, ਠੀਕ ਹੈ ਨਾ। ਉੱਥੇ ਕ੍ਰੈਡਿਟ ਲੈਣ ਵਾਲੇ ਵੀ ਸੀਗੇ ਵੀ ਜੀ ਕਿਸ ਲਈ ਹੋਇਆ, ਬੋmbings ਦੇ ਵਿੱਚ 350 ਬੰਦਾ ਮਰ ਗਿਆ, ਹੈ ਨਾ। ਉਹ ਵੀ ਕਿਹਾ ਜਾਂਦਾ ਕਿ ਇੰਡੀਅਨ ਏਜੰਸੀ ਨੇ ਕਰਾਇਆ, ਜਦਕਿ ਇੰਡੀਅਨ ਏਜੰਸੀ ਕੈਨੇਡੀਅਨ ਅਥਾਰਟੀਜ਼ ਨੂੰ, ਗਵਰਨਮੈਂਟ ਨੂੰ ਅਲਰਟ ਦੇ ਰਹੀਆਂ ਸੀ, ਇੰਟੈਲੀਜੈਂਸ ਸੀ ਕਿ ਤੁਹਾਡੇ ਹਵਾਈ ਅੱਡਿਆਂ ਦੇ ਉੱਤੇ ਕੁਝ ਹੋ ਸਕਦਾ। ਹੋ ਕੀ ਸਕਦਾ ਸੀਗਾ, ਏਅਰਪਲੇਨ ਦੀਆਂ ਹਾਈਜੈਕਿੰਗਸ ਹੋ ਸਕਦੀਆਂ ਸੀ। 82, 83, 84 ਇੰਡੀਆ 'ਚ ਹਾਈਜੈਕ ਹੋ ਰਹੀ ਸੀ। ਸੋ ਦੇਰ ਵਾਜ਼ ਅ ਸਬਸਟੈਂਸ਼ੀਅਲ ਇੰਟੈਲੀਜੈਂਸ ਇਨਪੁਟ ਫਰੋਮ ਦ ਇੰਡੀਅਨ ਗਵਰਨਮੈਂਟ। ਹੁਣ ਇੱਥੋਂ ਜੇ ਵੈਨਕੂਵਰ ਤੋਂ ਜਾਂ ਟੋਰਾਂਟੋ ਤੋਂ ਕੋਈ ਹਵਾਈ ਜਹਾਜ਼ ਉੱਡਦਾ ਜਿਹਦੇ 'ਚ ਬੰਬ ਹੁੰਦਾ ਹੈ, ਸੋ ਇਹ ਕਿਹਨੇ ਰੋਕਣਾ ਸੀਗਾ? ਹੂ ਹੈਡ ਟੂ ਸਟਾਪ ਇਟ? ਇਵੈਂਚੁਅਲੀ ਉੱਥੇ ਜਿਹੜੇ ਲੋਕਾਂ ਨੇ ਕ੍ਰੈਡਿਟ ਲਿਆ, ਉਹਨੇ ਏਅਰ ਇੰਡੀਆ ਦੇ ਵਿੱਚ ਬੋmbਿੰਗ ਕਰਕੇ ਲੋਕਾਂ ਨੇ ਖਾਲਿਸਤਾਨ ਦੇ ਨਾਂ 'ਤੇ ਵੀ ਬਹੁਤ ਕ੍ਰੈਡਿਟ ਲਿਆ, ਬਟ ਐਟ ਦ ਸੇਮ ਪੁਆਇੰਟ ਇਨ ਟਾਈਮ ਇਹ ਵੀ ਕਿਹਾ ਜਾਂਦਾ ਰਿਹਾ ਕਿ ਜੀ ਇੰਡੀਅਨ ਏਜੰਸੀ ਨੇ ਆਪਣਾ ਜਹਾਜ਼ ਉਡਵਾਤਾ। I mean, why would Indian agencies, Air India ਦੇ 2 ਜਹਾਜ਼ ਉੜ ਜਾਂਦੇ ਨੇ, ਧਮਾਕੇ ਹੋ ਜਾਂਦੇ ਨੇ, people die, Indians die, will Indian agency get it done? So I mean, ਜੋ ਮਰਜ਼ੀ ਜੀ ਪੈਡਲ ਕਰੀ ਚਲੋ ਨੈਰੇਟਿਵ, ਬਟ ਯੈਸ
ਇਹ ਚੀਜ਼ਾਂ ਜ਼ਿਆਦਾ ਸਮੇਂ ਤੱਕ ਨਾਗਵਾਰਾ ਨੇ ਦੋਵੇਂ ਮੁਲਕਾਂ ਲਈ ਐਂਡ ਮੋਰ ਫॉर ਦ ਪੀਪਲ ਯੂ نو ਲੋਟ ਆਫ ਇੰਡੀਅਨ ਔਰ ਸਾਡੇ ਇੰਡੀਅਨ ਇੱਥੇ ਆ ਚੁੱਕੇ ਨੇ ਵੈਰੀ ਮੇਜਰ ਪਾਰਟ ਆਫ ਦ ਕੈਨੇਡੀਅਨ ਕਮਿਊਨਿਟੀਜ਼ ਇੱਥੇ ਬਹੁਤ ਪੋਲਿਟਿਕਸ ਦੇ ਵਿੱਚ ਲੈ ਲਓ ਇਕਨੋਮੀ ਦਾ ਵਰਕਫੋਰਸ ਦਾ ਹਿੱਸਾ ਬਣ ਚੁੱਕੇ ਨੇ ਦੇ ਹੈਵ देयर ਰੂਟਸ ਇਨ ਇੰਡੀਆ ਜੀ ਐਂਡ ਮਾਈਂਡ ਯੂ ਇਟਸ ਨਾਟ ਓਨਲੀ ਅਬਾਊਟ ਪੰਜਾਬੀਜ਼ ਕੈਨੇਡਾ ਤੇ ਜਿਹੜੇ ਯੂਐਸ ਦੇ ਭਾਰਤ ਦੇ ਨਾਲ ਸੰਬੰਧ ਨੇ ਉਹ ਸਿਰਫ ਪੰਜਾਬੀ ਜਾਂ ਪੰਜਾਬੀਆਂ ਦੇ ਵਿੱਚ ਵੀ ਇੱਕ ਜਿਹੜਾ ਸੈਗਮੈਂਟ ਹੈ ਉਹਦੇ ਵਿੱਚ ਬਹੁਤ ਵੱਡਾ ਸੈਗਮੈਂਟ ਹੈ ਜੋ ਨਹੀਂ who do not subscribe to ਖਾਲਿਸਤਾਨ ਬਿਲਕੁਲ ਸੋ ਤੁਸੀਂ ਉਸ ਲਾਰਜ ਮੈਜੋਰਿਟੀ ਜਿਹੜੀ ਕਿ ਸਾਇਲੈਂਟ ਮੈਜੋਰਿਟੀ ਹੈ ਉਹਦਾ ਕੀ ਕਰੋਗੇ ਹਾਊ ਵਿਲ ਯੂ ਐਡਰੈਸ them eventually there will come a time when this whole narrative is going to be thrown into dustbin ਇਹ ਹੋਣਾ ਹੈ ਕਿਉਂਕਿ ਜੇ ਇਹੀ ਲੱਛਣ ਰਹੇ ਆ ਇਸੇ ਤਰੀਕੇ ਦੇ ਨਾਲ ਤੁਸੀਂ ਹਿੰਸਾ ਵਾਇਲੈਂਸ ਕਮਿਊਨਿਟੀ ਦੇ ਵਿੱਚ ਇਸ ਤਰੀਕੇ ਦੀ ਦੇਖੋ ਜੇ ਲੜਾਈ ਲੜਨੀ ਹੈ ਖਾਲਿਸਤਾਨ ਦੀ ਐਂਡ ਪਹਿਲਾਂ ਵੀ ਕਿਹਾ ਗਿਆ ਵੀ ਉੱਥੇ ਜਾ ਕੇ ਲੜੋ ਖਾਲਿਸਤਾਨ ਤਾਂ ਉੱਥੇ ਹੀ ਬਣਾਉਣਾ ਨਾ ਇਟਸ ਨਾਟ ਸਰੀ 'ਚ ਜਾ ਕੇ ਤੇ ਹੋਰ ਤਾਂ ਬਣਨਾ ਨਹੀਂ ਹੈ ਇਟ ਇਜ਼ ਟੂ ਬੀ ਡਨ ਇਨ ਪੰਜਾਬ ਹੁਣ ਉੱਥੇ ਜਿਹੜੇ ਵਿਚਾਰੇ ਬੱਚਿਆਂ ਨੂੰ ਤੁਸੀਂ ਅੱਗੇ ਲਾ ਕੇ ਝੰਡੇ ਚੁਲਾ ਕੇ ਉਹਨਾਂ ਤੇ UAPA ਵਰਗੇ ਸੈਕਸ਼ਨ ਲਵਾ ਕੇ ਉਹਨਾਂ ਦੀਆਂ ਸਾਲਾਂ ਦੀ ਨਾ ਜਵਾਨੀ ਦੇ ਵਿੱਚ ਬੱਚੇ ਜੇਲ੍ਹਾਂ ਦੇ ਵਿੱਚ ਸੜਦੇ ਪਏ ਨੇ ਉੱਥੇ ਯੂ نو ਹੂ ਇਜ਼ ਰਿਸਪੌਂਸਿਬਲ ਫॉर दैट बिल्कुल ये लीडर कभी जानते नहीं है दे नेवर देमसेल्फ गो एंड यू नो फेस दोस थिंग्स अब क्योंकि अब 8 जुलाई को ये रैली होना है अगर हो गया जाता है उसके बाद फिर से शायद हमें बात करना पड़ जाए इस बारे में क्योंकि ये मुद्दा तो अभी चलेगा लेकिन आज के लिए बहुत बहुत शुक्रिया रितेश जी आपने बहुत धन्यवाद इनसाइट्स हमारे साथ शेयर किए थैंक यू सो मच और आप सबका भी बहुत बहुत शुक्रिया क्योंकि आपने अपना कीमती वक्त हमें दिया एक बार फिर से आप सबका मैं शुक्रिया अदा करता हूँ